ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਗਨ ਦਮਾਮਾ ਬਾਜਿਓ, ਪਰਿਓ ਨਿਸਾਨੈ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਊ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਰੂਹ ਦਰ ਹਰ ਜਿਸਮ, ਨੂਰ ਦਰ ਹਰ ਚਸ਼ਮ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਸਾਹਿਬਜ਼ਾਦੇ, ਪੰਜ ਵਿੱਚੋਂ ਤਿੰਨ ਪਿਆਰੇ ਤੇ ਗੁਰੂ ਕੇ ਬੇਅੰਤ ਸਿੱਖਾਂ ਦੀ ਸ਼ਹਾਦਤਾਂ ਆਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤਗੜ੍ਹ ਵਿਖੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਹਿਬਜ਼ਾਦਿਆਂ ਦਾ ਸਫਰੇ ਸ਼ਹਾਦਤ ਸਰਵਣ ਕਰਨ ਵਾਸਤੇ, ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ, ਗੁਰੂ ਦੇ ਸਨਮੁਖ ਇਹ ਜਤਾਉਣ ਵਾਸਤੇ ਕਿ ਸਾਹਿਬਜ਼ਾਦੇ ਬਾਬੇ ਨੇ ਤੇ ਅਸੀਂ ਉਹਨਾਂ ਦੇ ਭਰਾ ਹੈਗੇ ਹਾਂ, ਉਹ ਸਾਡੇ ਨੇ ਤੇ ਅਸੀਂ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰੀਏ। ਆਪ ਨੇਤਾ ਪ੍ਰਤੀ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ, ਸੋ ਆਓ ਜੀ ਇਸ ਸਫ਼ਰ ਦਾ 5ਵਾਂ ਦਿਨ। ਅੱਜ 11 ਪੋਹ ਹੈ। 11 ਪੋਹ ਦੇ ਇਤਿਹਾਸ ਦੇ ਦਰਸ਼ਨ ਕਰੀਏ। ਉੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗਨੀ ਖਾਂ ਨਬੀ ਖਾਂ ਤੇ ਉੱਥੋਂ ਫਿਰ ਆਲਮਗੀਰ ਤੱਕ ਦਾ ਸਫ਼ਰ ਉੱਚਦੇ ਪੀਰ ਬਣ ਕੇ, ਫਿਰ ਆਲਮਗੀਰ ਤੋਂ ਅੱਗੇ ਦਾ ਸਫ਼ਰ ਨੂਰੇ ਮਾਹੀ ਦੇ ਕੋਲ ਤੱਕ ਦਾ, ਤੇ ਫਿਰ ਇੱਥੇ 13 ਪੋਹ ਨੂੰ ਸ਼ਹਾਦਤਾਂ, ਪਰਸੋਂ ਦੇ ਦਿਨ ਨੂੰ 27 ਤਰੀਕ ਅੰਗਰੇਜ਼ੀ ਕੈਲੰਡਰ, 13 ਪੋਹ ਦੇਸੀ। ਸੋ ਇਹ ਸਾਰੇ ਦਿਨ ਲਗਾਤਾਰ 28 ਤਰੀਕ ਤੱਕ ਇਸ ਸਮਾਗਮ ਨੇ ਆਪ ਜੁੜ ਰਹੇ ਹੋ। ਸੋ ਮੈਂ ਬੇਨਤੀ ਕਰਾਂਗਾ ਆਪ ਸਾਰੀ ਸੰਗਤ ਟਿਕ ਕੇ ਬਹਿ ਜਾਓ ਇੱਕ ਵਾਰੀ, ਤਾਂ ਕਿ ਅਸੀਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਇਤਿਹਾਸਕ ਕਥਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਔਰ ਬੇਅੰਤ ਸ਼ਹੀਦਾਂ ਦੀਆਂ ਗਾਥਾਂ ਨੂੰ ਵਿਚਾਰ ਸਕੀਏ। ਜਿੰਨੇ ਆਪ ਗੁਰੂ ਦਰਬਾਰ ਵਿੱਚ ਮੌਜੂਦ ਹੋ, ਜਿੰਨੇ ਆਪ ਦੇਸ਼ਾਂ ਵਿਦੇਸ਼ਾਂ ਵਿੱਚ ਘਰ ਬੈਠੇ ਗੁਰਨਾਦ ਚੈਨਲ ਰਾਹੀਂ YouTube ਤੇ, ਦਾਸ ਦੇ YouTube ਚੈਨਲ ਡਾਕਟਰ ਮਨਪ੍ਰੀਤ ਸਿੰਘ, ਫੇਸਬੁੱਕ ਚੈਨਲ ਡਾਕਟਰ ਮਨਪ੍ਰੀਤ ਸਿੰਘ, ਪ੍ਰੋਫਾਈਲ ਪੇਜ, ਫੇਸਬੁੱਕ ਪੇਜ, ਇਹ ਲਗਾਤਾਰ 3, 4, 5 ਜਗ੍ਹਾ ਇਹ ਫੇਸਬੁੱਕ ਤੇ ਔਰ YouTube ਤੇ ਵੱਖਰੇ ਵੱਖਰੇ ਚੈਨਲ ਤੇ ਲਾਈਵ ਜਾ ਰਿਹਾ ਹੈ। ਸੋ ਆਪ ਸਰਵਣ ਕਰ ਰਹੇ ਹੋ, ਘਰ ਬੈਠੇ ਵੀ ਜਿੰਨੇ ਘਰ ਮੌਜੂਦ ਹੋ, ਸਾਰੇ ਕਰੋ ਮਨੋਬਿਰਤੀਆਂ ਇਕਾਗਰ। ਆਪ ਸਾਰਿਆਂ ਦੇ ਚਰਨਾਂ 'ਚ ਇਸਤਕਬਾਲ ਹੈ। ਸਾਹਿਬਜ਼ਾਦਿਆਂ ਦੀ ਯਾਦਾਂ ਵੱਲ ਜੁੜੀਏ। ਕੋਈ ਵੀ ਰਸਨਾ ਬਿਰਵੀ ਨਾ ਰਹੇ। ਟਿਕਾ ਦੇ ਵਿੱਚ, ਇਕਾਂਤ ਦੇ ਵਿੱਚ ਬੱਚਿਓ ਸਾਰੇ ਟਿਕ ਕੇ ਬੈਠੋ, ਕੋਈ ਗੱਲ ਨਾ ਕਰੋ, ਕੋਈ ਸ਼ੋਰ ਨਾ ਮਚਾਓ। ਆਓ ਅੱਗੇ ਆ ਕੇ ਬਹਿ ਜਾਓ, ਸਾਰੇ ਛੋਟੇ ਛੋਟੇ ਬੱਚੇ ਅੱਗੇ ਆ ਕੇ ਟਿਕ ਕੇ ਬਹਿ ਜਾਓ।
ਸੋ ਆਪ ਸਾਰੇ ਹੀ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦੇ ਸੱਤ ਪੋਹ ਤੋਂ, ਕਿਉਂਕਿ ਇਹ ਸਫ਼ਰ ਸ਼ੁਰੂ ਹੁੰਦਾ ਹੈ, ਸਰਸਾ ਦਾ ਵਿਛੋੜਾ ਹੈ ਸੱਤ ਪੋਹ ਦਾ। ਸੱਤ ਪੋਹ ਦੀ ਰਾਤ ਕੁੰਮੇ ਮਾਸ਼ਕੀ ਕੋਲ, 8 ਪੋਹ ਦੀ ਰਾਤ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਦੇ ਪਿੰਡ ਸਹੇੜੀ ਉਹਦੇ ਘਰ ਵਿਖੇ ਰੁਕੇ ਨੇ। ਸੋ ਇਤਿਹਾਸਕਾਰ ਅੱਲਾ ਯਾਰ ਖਾਂ ਜੋਗੀ ਜਾਂ ਦੂਨਾ ਸਿੰਘ ਹਡੂਰੀਆ, ਜਿਹੜਾ ਕੰਟੈਂਪਰੇਰੀ ਹੈ ਗੁਰੂ ਸਾਹਿਬਜ਼ਾਦਿਆਂ ਦੀ, ਗਾਥਾ ਲਿਖਦਾ ਹੈ, ਗਾਥਾ ਗੁਰਸੁਤਨ ਕੀ, ਗੁਰੂ ਦੇ ਸਾਹਿਬਜ਼ਾਦਿਆਂ ਦੀ ਉਹ ਇਹ ਵਿਚਾਰ ਲਿਖਦਾ ਹੈ। ਉਹਦੇ ਵਿੱਚ ਇਹ ਦੱਸਦਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੇ ਘਰੋਂ ਜਿਹੜਾ ਪ੍ਰਸ਼ਾਦਾ ਪਾਣੀ ਛਕਿਆ, ਫਿਰ ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਖਾਣ ਵਾਸਤੇ ਪੀਣ ਵਾਸਤੇ ਨਸੀਬ ਨਹੀਂ ਹੋਇਆ, ਭੁੱਖੇ ਹੀ ਅੱਗੇ ਸਫ਼ਰ ਕੀਤਾ। ਔਰ ਮੈਂ ਲਗਾਤਾਰ ਬੇਨਤੀ ਕਰ ਰਿਹਾ ਕਿ ਭੁੱਖ ਵੀ ਇੱਕ ਤਸ਼ੱਦਦ ਹੈ, ਇੱਕ ਤਖਾ ਹੈ। ਜਿਸ ਵੇਲੇ ਰਾਤ ਨੂੰ ਗੰਗੂ ਦੇ ਘਰ ਪਿੰਡ ਸਹੇੜੀ ਵਿਖੇ ਮਾਤਾ ਜੀ ਤੇ ਨਾਲ ਹੀ ਦੋਨੋਂ ਸਾਹਿਬਜ਼ਾਦੇ ਮਾਤਾ ਜੀ ਦੇ ਪਏ ਨੇ, ਤੇ ਅੱਲਾ ਯਾਰ ਖਾਂ ਦੀ ਇੱਕ ਉਡਾਰੀ ਹੈ। ਦੇਖੋ ਕਿੰਨਾ ਸੋਹਣਾ ਅੱਲਾ ਯਾਰ ਖਾਂ ਲਿਖਦਾ ਹੈ, ਕਹਿੰਦੇ ਜਿਸ ਵੇਲੇ ਸਾਹਿਬਜ਼ਾਦੇ ਛੋਟੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਇਹ ਵਿਚਾਰਾਂ ਕਰ ਰਹੇ ਨੇ ਕਿ ਸਾਨੂੰ ਕਦੀ ਵੱਡੇ ਵੀਰ ਜੀ ਬਾਬਾ ਅਜੀਤ ਸਿੰਘ ਨੇ ਇਕੱਲੇ ਨਹੀਂ ਛੱਡਿਆ। ਬਾਬਾ ਅਜੀਤ ਸਿੰਘ ਦਾ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਨਾਲ ਬਹੁਤ ਪ੍ਰੇਮ ਤੇ ਸਨੇਹ ਹੈ। ਨਾਲ ਹੀ ਸੌਣਾ, ਨਾਲ ਹੀ ਖਾਣਾ ਪੀਣਾ, ਵਰਤਣਾ, ਹੱਸਣਾ ਖੇਡਣਾ, ਗੋਦੀ ਚੱਕ ਕੇ ਛੋਟੇ ਸਾਹਿਬਜ਼ਾਦੇ 7 ਸਾਲ ਦੀ ਉਮਰ ਤੱਕ ਲਾਡ ਲਡਾਇਆ ਬਾਬਾ ਅਜੀਤ ਸਿੰਘ ਹੋਰਾਂ ਨੇ। ਤੇ ਉੱਥੇ ਜ਼ਿਕਰ ਕਰਦੇ ਆ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਫਤਿਹ ਸਿੰਘ, ਕਿ ਸਾਡੇ ਭਰਾ ਸਾਨੂੰ ਛੱਡ ਕੇ ਕਿੱਥੇ ਚਲੇ ਗਏ, ਕਿਉਂ ਸਾਨੂੰ ਭੁੱਲ ਗਏ ਨੇ ਉਹ, ਕਿਉਂ ਸਾਡੀ ਉਹਨਾਂ ਨੂੰ ਖਬਰ ਨਹੀਂ, ਕਿਉਂ ਚੇਤਾ ਨਹੀਂ। ਪਿਤਾ ਜੀ ਵੀ ਲਸ਼ਕਰ ਸਾਰਾ ਭਜਾ ਕੇ ਕਿੱਥੇ ਹੋਰ ਚਲੇ ਗਏ, ਹੱਦ ਹੋ ਗਈ। ਗੁਰੂ ਕੇ ਸਿੱਖ, ਗੁਰੂ ਕੇ ਪਿਆਰੇ ਵੱਡੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਸਾਨੂੰ ਗੋਦੀਆਂ ਚੱਕ ਚੱਕ ਕੇ ਲਾਡ ਲਡਾਉਂਦੇ ਸੀ, ਉਹ ਕਿੱਧਰ ਨੇ? ਅੱਜ 3 ਦਿਨ ਹੋ ਗਏ ਅਸੀਂ ਦਾਦੀ ਜੀ ਤੁਹਾਡੇ ਨਾਲ ਇਕੱਲੇ ਹੀ ਤੁਰੀ ਜਾਂਦੇ ਆ, ਨਾ ਕੋਈ ਪਿਤਾ ਜੀ ਨਾ ਭਰਾ, ਕਿੱਥੇ ਨੇ? ਕਦ ਆਉਣਗੇ ਉਹ? ਸਾਨੂੰ ਕਦ ਇੱਥੋਂ ਲੈ ਕੇ ਜਾਣਗੇ? ਕਦ ਤੱਕ ਅਸੀਂ ਇੱਥੇ ਇਕੱਲੇ ਹੀ ਭਟਕਦੇ ਫਿਰਾਂਗੇ? ਕਿਉਂ ਨਹੀਂ ਅਸੀਂ ਅਨੰਦਪੁਰ ਸਾਹਿਬ ਵਾਪਸ ਜਾਂਦੇ? ਕਿਉਂ ਪਿਤਾ ਜੀ ਨੇ ਇਹ ਕਿਲਾ ਛੱਡਿਆ? ਕਿਉਂ ਸਾਨੂੰ ਇੱਥੇ ਲੈ ਕੇ ਆਇਓ ਇੰਨੀ ਠੰਡ 'ਚ? ਕਿੱਥੇ ਨੇ ਸਾਹਿਬਜ਼ਾਦੇ ਵੱਡੇ, ਕਿੱਥੇ ਨੇ ਸਾਡੇ ਭਰਾ? ਤੇ ਮਾਤ ਗੁਜਰੀ ਜੀ ਨੇ 70 ਸਾਲ ਦੀ ਉਮਰ ਉਹਨਾਂ ਦੀ, ਜਿਹੜੀ ਉਡਾਰੀ ਹੈ, ਜਿਹੜਾ ਇਤਿਹਾਸ ਹੈ, ਉੱਥੇ ਇਤਿਹਾਸ ਇਹ ਕਹਿੰਦਾ ਮਾਤ ਗੁਜਰੀ ਨੇ ਮਨ 'ਚ ਇਹੀ ਖਿਆਲ ਰਿਹਾ, ਪੁੱਤਰੋ ਚਾਰਾਂ ਦੀ ਮੰਜ਼ਿਲ ਮਕਸੂਦ ਇੱਕੋ ਹੀ ਹੈ, ਪਰ ਤੁਹਾਨੂੰ ਕੌਣ ਦੱਸੇ, ਬਸ ਰਸਤੇ ਵੱਖਰੇ ਵੱਖਰੇ ਨੇ। ਸਾਰਿਆਂ ਨੇ ਹੀ ਮੌਤ ਰਾਣੀ ਦੇ ਨਾਲ ਵਿਆਹੇ ਜਾਣਾ, ਪਰ ਤੁਹਾਡੇ ਰਸਤੇ ਵੱਖਰੇ ਵੱਖਰੇ ਨੇ, ਪਹੁੰਚਣਾ ਸਾਰਿਆਂ ਨੇ ਇੱਕ ਥਾਂ ਤੇ। ਚਾਰਾਂ ਨੇ ਤੁਸੀਂ ਅੰਦਰ ਦੀ ਇੱਕ ਭਾਵਨਾ ਹੈ। ਜੇ ਬਾਣੀ ਕਹਿੰਦੀ ਹੈ, ਹੁਣੇ ਸ਼ਬਦ ਪੜਿਆ ਭਾਈ ਸਾਹਿਬ ਜੀ ਦੇ ਪਾਸੋਂ, ਡਗਮਗ ਛਾੜ ਰੇ ਮਨ ਬੌਰਾ। ਇਹ ਮਨ ਹੁਣ ਡਗਮਗ ਇੱਧਰ ਉੱਧਰ ਟੱਪਣਾ, ਬਾਂਦਰ ਟਪਲੂਸੀਆਂ ਛੱਡ ਦੇ, ਗੁਰੂ ਵੱਲ ਬਿਲਕੁਲ ਸੱਚਾ ਹੋ ਜਾ। ਆਪਣਾ ਜ਼ਮੀਰ ਵੇਚ ਕੇ, ਆਪਣੀ ਆਤਮਾ ਵੇਚ ਕੇ, ਸੱਚ ਵੇਚ ਕੇ, ਸਭ ਕੁਛ ਤੂੰ ਗੁਰੂ ਤੋਂ ਟੁੱਟ ਕੇ ਨਾ ਜਾ ਕਿਸੇ ਹੋਰ ਪਾਸੇ। ਜੋ ਜਿੰਨਾ ਮਰਜ਼ੀ ਪਸਾਰਾ ਪਸਾਰ ਲਿਓ, ਜਿੰਨਾ ਮਰਜ਼ੀ ਵਧਾ ਲਿਓ, ਸਤਿਗੁਰ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਲ ਆਉਣਾ ਹੀ ਪਏਗਾ। ਜਿੰਨੀਆਂ ਮਰਜ਼ੀਆਂ ਡਿਗਰੀਆਂ ਇਕੱਠੀ ਕਰ ਲਈਏ, ਜਿੰਨੀ ਮਰਜ਼ੀਆਂ ਪਦਵੀਆਂ, ਨੌਕਰੀ, ਲੱਖਾਂ ਕਰੋੜਾਂ ਰੁਪਏ ਇਕੱਠੇ ਕਰ ਲਈਏ, ਪਰ ਇੱਕ ਗੱਲ ਯਾਦ ਰੱਖਿਓ, ਵੱਡੇ ਦਿਲ ਨਾਲ ਇਸ ਗੱਲ ਨੂੰ ਸੁਣਿਓ, ਅੰਤਮ ਅਰਦਾਸ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੀ ਹੋਣੀ ਹੈ। ਆ ਸੱਚ ਹੈ ਭਾਈ, ਇਹਨੂੰ ਬਿਲਕੁਲ ਵੱਡੇ ਦਿਲ ਨਾਲ, ਕਿਉਂਕਿ ਜਿੰਨਾ ਮਰਜ਼ੀ ਅਸੀਂ ਪਸਾਰਾ ਪਸਾਰ ਲਈਏ, ਜਿੰਨੇ ਮਰਜ਼ੀ ਵੱਡੇ ਹੋ ਜਾਈਏ, ਅੰਤਮ ਅਰਦਾਸ ਤੇ ਇੱਥੇ ਹੀ ਹੋਣੀ। ਡਿਗਰੀਆਂ ਦੇ ਅੱਗੇ ਸਾਡੀ ਅੰਤਮ ਅਰਦਾਸ ਨਹੀਂ ਹੋਣੀ। ਸਾਡੀ ਪਦਵੀਆਂ, ਸਾਡੇ ਬੈਂਕ ਬੈਲੈਂਸ ਇੱਥੇ ਹੀ ਹੈ। ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈਆ, ਲੀਨੋ ਹਾਥ ਸੰਢੋਰਾ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਆ ਮਾਇਆ ਕੇ ਡਾਂਡੇ। ਮਾਇਆ ਹੈ ਠੀਕ ਹੈ,
ਗੁਜ਼ਰਾਨ ਵਾਸਤੇ ਗੁਜ਼ਾਰਾ ਹੋ ਰਿਹਾ, ਪਰ ਮਾਇਆ ਇੰਨੀ ਹਾਵੀ ਨਾ ਹੋ ਜਾਏ ਕਿ ਗੁਰੂ ਨੂੰ ਛੁੱਟ ਜਾਣੀ ਹੈ। ਅਸੀਂ ਕੀਤੇ ਕੋ ਮੇਰਾ ਸਮਾਣਾ ਕਰਨ ਹਾਰ ਤ੍ਰਿਣ ਜਾਣਾ। ਜੋ ਮਿਲ ਗਿਆ ਸਾਨੂੰ ਰੱਬ ਵੱਲੋਂ ਉਹਨੂੰ ਸਭ ਤੋਂ ਵੱਡਾ ਜਾਣ ਲਈਏ ਤੇ ਗੁਰੂ ਨੂੰ ਤਿਨਕਾ ਜਾਣ ਲਈਏ ਜਿਹਨੇ ਸਭ ਕੁਝ ਦਿੱਤਾ। ਇਹ ਥੋੜੀ ਜੀਵਨ ਹੈ। ਇਹ ਆ ਮਾਇਆ ਕੇ ਡਾਂਡੇ ਡਾਂਡੇ ਕਿਹਾ, ਮਾਇਆ ਦਾ ਪਸਾਰਾ ਮਾਇਆ ਅੰਨਾ ਕਰ ਦਿੰਦੀ ਹੈ, ਗੁਰੂ ਤੋਂ ਤੋੜ ਦਿੰਦੀ ਹੈ। ਤੇ ਅੱਜ ਵੀ ਜੇ ਇਹ ਗੁਰਸੁਤਨ ਦੀ ਗਾਥਾ, ਇਹ ਗੁਰੂ ਕੇ ਸਾਹਿਬਜ਼ਾਦਿਆਂ ਦੀਆਂ ਬਾਤਾਂ ਸਾਡੇ ਘਰਾਂ ਵਿੱਚ ਹੋਣਗੀਆਂ ਤੇ ਅੱਜ ਅਸੀਂ ਨਸ਼ਿਆਂ ਤੋਂ ਪਰਤ ਕੇ ਆ ਨੌਜਵਾਨ ਵਾਪਿਸ ਆ ਜਾਣਗੇ। ਅੱਜ ਵੀ ਜਿਹੜੇ ਅਸੀਂ ਟੁੱਟ ਗਏ ਹਾਂ ਗੁਰੂ ਪਾਸੋਂ, ਅੱਜ ਵੀ ਵਾਪਸ ਆ ਜਾਵਾਂਗੇ, ਕੋਈ ਦੇਰੀ ਨਹੀਂ ਹੈ। ਤੇ ਫਿਰ ਮਾਤਾ ਜੀ ਨੇ ਉੱਥੇ ਮਨ ਦੀ ਉਡਾਰੀ ਮਾਰੀ ਕਿ ਖਰੇ ਹੁਣ ਮਿਲਣਾ ਜਾਂ ਨਹੀਂ ਮਿਲਣਾ, ਨਾਮ ਮੇਰਾ ਗੁਜਰੀ ਹੈ, ਪਰ ਮੈਂ ਕਿੰਨੀ ਵਾਰੀ ਗੁਜਰੀ ਹਾਂ ਉਹ ਤੇ ਇਤਿਹਾਸ ਹੀ ਜਾਣੇਗਾ। ਜਦ ਇਸ ਦੇਸ਼ ਦਾ ਸਹਾਰਾ ਨਹੀਂ ਸੀ, 9 ਸਾਲ ਦਾ ਪੁੱਤਰ ਸੀ, ਆਪਣੇ ਪਤੀ ਨੂੰ ਭੇਜ ਦਿੱਤਾ ਇਸ ਦੇਸ਼ ਦੇ ਧਰਮ ਦੀ ਰਾਖੀ ਲਈ, ਇਸ ਦੇਸ਼ ਦੀ ਰਾਖੀ ਲਈ, ਧਰਮ ਦੀ ਆਜ਼ਾਦੀ ਲਈ। ਜੇ ਕੋਈ ਅੱਜ ਅਸੀਂ ਖੁੱਲੀ ਸਾਹ ਇਸ ਧਰਤੀ ਦੇ ਵਿੱਚ ਧਰਮ ਦੀ ਆਜ਼ਾਦੀ ਦੇ ਵਿੱਚ ਜੀ ਰਹੇ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਰਕੇ ਜੀ ਰਹੇ ਹਾਂ। ਕਿਉਂਕਿ ਇਹ ਤੇ ਸੱਚ ਹੈ, ਅਗਰ ਨਾ ਹੋਤੇ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਤੇ ਉੱਥੇ ਫਿਰ ਸਾਹਿਬਜ਼ਾਦਿਆਂ ਨੇ ਗੱਲਾਂ ਕੀਤੀਆਂ ਆਪਸ ਦੇ ਵਿੱਚ। ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਬੜਾ ਸੋਹਣਾ ਲਿਖਦਾ ਹੈ, ਕਹਿੰਦਾ ਦਾਦੀ ਸੇ ਬੋਲੇ ਹਮਾਰੇ ਸਿਪਾਹੀ ਕਿਧਰ ਗਏ, ਕਿੱਥੇ ਗਏ ਸਾਰੇ। ਨਦੀ पे हमको छोड़कर सूरते माही किधर गए, ਉਹ ਸੋਹਣੇ ਸੋਹਣੇ ਖਾਲਸੇ ਕਿੱਥੇ ਗਏ। ਕਿੱਥੇ ਗਏ ਪਿਆਰ ਕਰਨ ਵਾਲੇ ਸਾਨੂੰ ਵੱਡੇ ਵੀਰ ਬਾਬਾ ਅਜੀਤ ਸਿੰਘ, ਕਿੱਥੇ ਗਏ ਗੋਦੀਆਂ ਚੱਕਣ ਵਾਲੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਸੰਗਤ ਸਿੰਘ, ਕਿੱਥੇ ਸਾਡੇ ਪਿਤਾ ਜੀ, ਕਿੱਥੇ ਨੀਲਾ ਲੈ ਗਏ ਗੁਰੂ ਸਾਹਿਬ ਸਾਡੇ ਤੋਂ ਵਿਛੋੜ ਕੇ। ਮੈਨੂੰ ਸਤਿਗੁਰੂ ਨੇ ਆਪਣੇ ਨਾਲ ਨੀਲੇ ਤੇ ਕਿਉਂ ਨਹੀਂ ਬਹਾਇਆ, ਕਿਉਂ ਸਾਨੂੰ ਵੱਖਰਾ ਕਰਤਾ ਸਤਿਗੁਰੂ ਜੀ ਨੇ। 1 दिन 2 दिन 3 ਰਾਤਾਂ ਹੋ ਗਈਆਂ ਨੇ, ਕਿੱਥੇ ਨੇ। दादी से बोले अपने सिपाही किधर गए, नदी पे छोड़ के सूरते माही किधर गए, हमको अकेले छोड़ के लश्कर शाही किधर गए, किथे गईयां फौजां। अब्बा भी भगा के ये शाही फौज कहाँ ले गए, कहंदे अब्बा भी ये भगा के फौजे शाही किधर गए। कहंदे भाई भी हमको भूल गए, जोके जंग में अपना भी ख्याल नहीं, जोके तुफंग में। ਕਹਿੰਦੇ ਸਭ ਕੁਝ ਤੇ ਭੁੱਲ ਸਕਦੇ ਆ, ਪਰ ਬਾਬਾ ਫਤਿਹ ਸਿੰਘ ਕਹਿੰਦੇ ਕਿ ਮੇਰੇ ਵੱਡੇ ਵੀਰ ਜੀ ਅਜੀਤ ਸਿੰਘ ਮੈਨੂੰ ਨਹੀਂ ਭੁੱਲ ਸਕਦੇ। ਇਹ ਨਹੀਂ ਹੋ ਸਕਦਾ ਕਿ ਉਹ ਅਜੀਤ ਸਿੰਘ ਤੋਂ ਬਿਨਾਂ ਸੌ ਜਾਣ ਰਾਤੀ, ਮੈਨੂੰ ਘੁੱਟ ਕੇ ਗਲਵਕੜੀ ਪਾ ਕੇ ਸੌਂਦੇ। ਇਹ ਨਹੀਂ ਹੋ ਸਕਦਾ ਕਿ ਉਹ ਇਕੱਲੇ ਰਾਤੀ ਰੋਟੀ ਖਾ ਲੈਣ, ਲੰਗਰ ਛਕ ਲੈਣ, ਮੇਰੇ ਨਾਲ ਛਕਣਗੇ। ਬੜਾ ਪ੍ਰੇਮ ਸੀ ਭਰਾਵਾਂ ਦਾ। ਬਾਬਾ ਅਜੀਤ ਸਿੰਘ ਜੀ ਜਿਸ ਵੇਲੇ ਜੰਗ ਤੁਫੰਗ ਗੱਤਕੇ ਦੀ ਤਿਆਰੀ ਕਰਦੇ ਸੀ ਤੇ ਇੱਕ ਦਿਨ ਛੋਟੀ ਉਮਰ ਦੇ ਵਿੱਚ 5 ਸਾਲ ਦੀ ਉਮਰ ਸੀ ਉਸ ਵੇਲੇ ਬਾਬਾ ਫਤਿਹ ਸਿੰਘ ਜੀ ਦੀ, ਕਹਿੰਦੇ ਮੈਂ ਵੀ ਖੇਡਣਾ, ਮੈਨੂੰ ਵੀ ਘੋੜੇ ਚੜਾਓ, ਮੈਂ ਵੀ ਸ਼ਸਤਰ ਫੜਨਾ। ਤੇ ਬਾਬਾ ਅਜੀਤ ਸਿੰਘ ਨੇ ਕਿਹਾ ਜੇ ਬਹੁਤ ਛੋਟੇ ਹੋ, ਬੜੇ ਨਿੱਕੇ ਹੋ, ਹਜੇ ਵੱਡੇ ਹੋਵੋਗੇ ਤੇ ਫਿਰ ਕਰਾਂਗੇ, ਫਿਰ ਖੇਡਾਂਗੇ। ਤੇ ਉਹਦੇ ਉਸੇ ਵੇਲੇ ਬਾਬਾ ਫਤਿਹ ਸਿੰਘ ਜੀ 5 ਸਾਲ ਦੀ ਉਮਰ, ਜਿੰਨੀਆਂ ਭਰਾ ਦੀਆਂ ਦਸਤਾਰਾਂ ਪਈਆਂ ਸੀ ਲਪੇਟ ਕੇ ਇੰਨਾ ਉੱਚਾ ਦੁਮਾਲਾ ਬਣ ਕੇ ਆ ਗਏ। ਕਹਿੰਦੇ ਦੇਖੋ ਵੀਰ ਜੀ ਮੈਂ ਵੱਡਾ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਬਾ ਫਤਿਹ ਸਿੰਘ ਜੀ ਦੀ ਇਸ ਯਾਦ ਦੇ ਵਿੱਚ ਕੇਸਗੜ੍ਹ ਸਾਹਿਬ ਦੇ ਸਾਹਮਣੇ ਗੁਰਦੁਆਰਾ ਦੁਮਾਲਾ ਸਾਹਿਬ ਬਣਾਇਆ। ਅੱਜ ਵੀ ਕੇਸਗੜ੍ਹ ਸਾਹਿਬ ਦੇ ਤੁਸੀਂ ਦਰਸ਼ਨ ਕਰਦੇ ਹੋ, ਬਿਲਕੁਲ ਕੇਸਗੜ੍ਹ ਸਾਹਿਬ ਦੇ ਸਾਹਮਣੇ ਜਿੱਥੇ ਆਫਿਸ ਹੈ ਮੈਨੇਜਰ ਦਾ, ਉਥੇ ਨਾਲ ਹੀ ਗੁਰਦੁਆਰਾ ਸਾਹਿਬ ਹੈ, ਬਿਲਕੁਲ ਬਾਹਰ ਹੀ ਸਿੰਘ ਸਾਹਿਬ ਦੀ ਕੋਠੀ ਦੇ ਬਾਹਰ ਹੀ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਉਹ ਦੁਮਾਲਾ ਸਾਹਿਬ ਹੈ। ਹਉ ਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦੇ ਬੈਠਾ ਵੇਖੈ ਆਪ ਜਿਓ, ਵਾਕ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ 5 ਜਵਾਨ ਮੈਂ ਗੁਰ ਥਾਪੀ ਦਿੱਤੀ, ਕੰਡ ਜਿਓ। ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਥਾਪੀ ਦਿੱਤੀ ਹੈ, ਮੈਂ ਵੀ ਵੱਡਾ ਹੋ ਗਿਆ, ਮੈਨੂੰ ਵੀ ਥਾਪੀ ਦਿੱਤੀ, ਮੈਂ ਵੀ ਲੜਾਂਗਾ, ਮੈਂ ਵੀ ਘੋੜੀ ਦੇ ਉੱਤੇ ਸਵਾਰ ਹੋਵਾਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਖਤੇ ਜਿਗਰ ਕਹਿੰਦੇ ਦਾਦੀ ਦੱਸੋ ਕਿੱਥੇ ਗਏ। फिर आपस से गल्लां करते, थके हुए भुखे भाने। कहते फिर कहते जिस वक्त अजीत जंग जीत कर वापस आएंगे, जिस समय पिताजी तशरीफ लाएंगे, करके गिला हर एक से हम रूठ जाएंगे। कहते हुण असी डाडे रुठांगे,
ਬਾਬਾ ਜ਼ੋਰਾਵਰ ਸਿੰਘ ਕਹਿੰਦੇ ਹਾਂ ਇਹ ਤੇ ਗਲਤ ਕੀਤਾ ਵੀਰ ਜੀਆਂ ਨੇ, ਇਹ ਗਲਤ ਕੀਤਾ ਪਿਤਾ ਨੇ ਮਾਤਾ ਨੇ। ਕਿੱਥੇ ਚਲੇ ਗਏ ਸਾਰੇ? ਅੰਮੀ ਵੀ ਨਹੀਂ ਆਈ, ਨਾ ਅੱਬੂ आया ना बापू आया, किथे चले गए? करके गिला हर एक से हम रूठ जाएंगे, माता कभी भाई कभी कभी पिता मनाएंगे, हमको गले से लगा के कहेंगे मान जाओ, पर हम नहीं मानेंगे जिन हार। कहते असी नहीं मनना। तो फिर फतेह सिंह कहते जे वीरे ने वीर जी ने अजीत सिंह ने घुट के गल वकड़ी लाया फिर मैं तो मन जावांगा ना, मैथों रिहा नहीं जाना। ये उडारी है, इनू सैनापत। देखो गुरबिलास पातशाही 10वीं जिहड़ा इतिहासक लेख है ना, गुरु गोबिंद सिंह साहब महाराज जी दे आनंदपुर साहब किला छड्डण तो बाद सतगुरु जी ने 2 वड्डे कारज कीते। एक पहला वड्डा कारज ये कीता, सतगुरु जी आनंदपुर साहब दा जिस वेले किला छड्ड के गए ने अपने पिता जी दे अस्थान सीसगंज, उथे एक सिख दी सेवा ला के गए ने कि इत्थे नित ही बाणी दा प्रताप रखना है, ये थां सांभ के रखनी है। दूसरा जिहड़ा कीता कि सतगुरु जी ने ये आख्या कि ये केसगढ़ भावें अज असी किला छड्ड के जा रहे हैं, पर यह किला सदा ही धन गुरु नानक साहब जी दे निहचल राज दी निशानी रहेगी। इत्थे झंडे बुलंद रहणगे खालसे दे, इत्थे किसी दा कब्जा हो नहीं सकदा, क्योंकि ये केसगढ़ है। इस करके भाई गुरदास सिंह दूजा लिखते हैं, 2 गुरदास होए ने, 2 ही नंद लाल होए ने, एक भाई गुरदास गुरु अर्जुन साहब वाले, एक गुरदास सिंह गुरु गोबिंद सिंह साहब वाले। वो लिखते हैं क्योंकि कवियां दा भी थोड़ा थोड़ा जिक्र करांगे अज, क्योंकि वो लिखते हैं कहते वह प्रगट्यो ते इत्थे उपजियो भी आया, वह उपजियो चेला मर्द का मर्दान सदाए, जिन सब पृथ्वी को जीत के निशान चुलाए। कहते अज जिथे निशान साहब चुल रहे हैं, कहते गुरु गोबिंद सिंह साहब की किरपा नाल ही चुल रहे हैं। तो कोई कहे कि निशान उतार दो, झंडे उतार दो, अज भी गल्लां करते हैं, बहुत करते हैं भाई। जे इत्थों निशान ला दोगे तो ਸਿੰਘਾਂ ने तो दुमालियां दे उत्ते फरले निशान लाए ने, वो निशान कित्थों उतारोगे? जिथे एक खालसा डटिया होया है, उहदे नाल निशान भी डटिया होया, क्योंकि ये निशान सदा ही रहने वाला है, ये खालसे की निशानी है। धन सतगुरु गुरु गोबिंद सिंह साहब के लखते जिगरा ने कहा कि फिर मन जाएंगे। कहते फिर जे बार बार मनाओगे तो फिर हुण कवांगे इकरार लेंगे सबसे, जाना ना फिर कभी, बारे दिगर छोड़कर हमको जाना ना फिर कभी, यूं कह देते हैं हम हमें सताना ना फिर कभी। कहते सानू हुण मुड़ के ना सतायो, मुड़ के ना छड़ के जायो, जे छड़ के गए तो सच्ची फिर नहीं बोलांगे। कहते जब एक गुफ्तगू ये गलबात बच्चियां दी साहबजादियां दी सुनी, कहते बच्चों की गुफ्तगू जब सुनी दादी जान ने बेइख्तियार रो दिया उस वाला शान ने। कहते इस धरती की शान कोई है तो वह मात गुजरी है, नहीं तो कोई भी नहीं है। कहते वो बेइख्तियार रो पई, भुब्बा मारी कि हुण पुत्रो जिहड़ा विछोड़ा सरसा ने करना सी करता, हुण मिलाप ते दादे दी गोदी च ही होना है, हुण मिलाप ते सचखंडी होना है, हुण शरीरां दा मिलाप नहीं होना। धन सतगुरु गुरु गोबिंद सिंह साहब महाराज जी दे फिर पुत्रां दा सफ़र मोरिंडे दी जेल तक दा। धन गुरु गोबिंद सिंह साहब महाराज जी दे माता जी मोरिंडे दी कोतवाली विच रहे, साहबजादे उत्थे रहे। अज भी वो थावां साडी सामने अखां दे सामने, जे उत्थे चौकड़ा लाओ सच्ची मुच्ची रूह तरबतर हो जाती है उन्हां थावां ते। अज भी चमकौर साहब दे विच जिस वेले गुरु गोबिंद सिंह साहब जी ने चमकौर दी गढ़ी छड्डी है ना, 8 पौ दी रात नूं सब कुछ वार के, अज भी 11 तो 12 बजे उत्थे संगतां जुड़ के सिमरन करदियां ने। पूरी 7 पौ रात नूं 11 बजे, 12 बजे तो बाद सतगुरु जी ने किला छड्डिया ते नगर कीर्तन दे रूप दे चौंकी रूप च जौटियां दे विच कीर्तन गाउंदे होए संगतां जंड साहब तो हो के माछीवाड़े ते माछीवाड़े तक वो जिहड़ा इब्राहिम जोगी है ਉਹਦੀ कुटिया तक जिथे गुरु गोबिंद सिंह साहब पहुँचे ने, उत्थे तक का सफ़र है। राती 12 बजे शुरू होंदा है तो सवेरे 5 बजे समाप्त होंदा है। ਇਹਦਾ मतलब गुरु साहब और बिना रुके किथे रुकना नहीं, पर सतगुर जी थोड़ा थोड़ा रुक के आए। जंगा जुदा हुईयां, सतगुर जी ने विचकार दुध भी पीता। वो गंगा सागर का जिक्र, वो इतिहास का जिक्र है, कई इतिहास है। 2 पठाना ने गुरु साहब ते हमला भी किया। ਇਹਦਾ मतलब सतगुरु जी
ਭਲਕੇ ਸਵੇਰੇ ਜਦ ਵੱਡਾ ਵੇਲਾ ਹੋਇਆ, ਜਦ ਸੂਰਜ ਦੀ ਕਿਰਨਾਂ ਆਈਆਂ, ਤਾਂ ਤੱਕ ਉਹ ਇਬਰਾਹਿਮ ਦੇ ਉਸ ਥਾਂ ਤੱਕ ਪਹੁੰਚੇ। ਪਰ ਹੁਣ ਉਹ ਵੀ ਬੜਾ ਥਾਂ ਦੇਖੋ, ਸਤਿਗੁਰ ਜੀ ਕਿਵੇਂ ਸਖਤ ਹਿਰਦਿਆਂ ਨੂੰ ਕੋਮਲ ਕਰਨ ਵਾਲੇ ਨੇ। ਤੇ ਭਾਵੇਂ ਉਹ ਸੈਦ ਖਾਂ ਹੈ, ਸੈਦ ਖਾਨ ਕੌਣ ਹੈ? ਪੀਰ ਬੁੱਧੂ ਸ਼ਾਹ ਦੀ ਪਤਨੀ ਬੇਗਮ ਨਸੀਰਾ, ਬੀਬੀ ਨਸੀਰਾ ਦਾ ਸਕਾ ਭਰਾ ਹੈ, ਪੀਰ ਬੁੱਧੂ ਸ਼ਾਹ ਦਾ ਸਾਲਾ ਹੈ। ਤੇ ਸਰਕਾਰੇ ਦਰਬਾਰ ਦੇ ਵਿੱਚੋਂ ਆਇਆ, ਕਹਿੰਦੇ ਸਵੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਤਲ ਕਰਨ ਜਾਣਾ। ਇੱਕ ਰਾਤ ਪੀਰ ਬੁੱਧੂ ਸ਼ਾਹ ਦੇ ਘਰ ਤੇ ਬੀਬਾ ਨਸੀਰਾ ਨਾਲ ਰੁਕਿਆ। ਕਹਿੰਦੇ ਉਹਦਾ ਅੰਦਰ ਬਦਲ ਗਿਆ, ਹਜੇ ਗੁਰੂ ਨੂੰ ਨਹੀਂ ਦੇਖਿਆ। ਕਿਉਂਕਿ ਇਹ ਪੀਰ ਬੁੱਧੂ ਸ਼ਾਹ ਦਾ ਇਤਿਹਾਸ ਸਿੱਖ ਇਤਿਹਾਸ ਦਾ ਬੜਾ ਲਾਸਾਨੀ ਇਤਿਹਾਸ ਹੈ। 2 ਪੁੱਤਰ ਵਾਰਤੇ, ਭਤੀਜੇ ਵਾਰਤੇ, 1000 ਮੁਰੀਦ ਸ਼ਹੀਦ ਕਰਾਤੇ ਪੀਰ ਬੁੱਧੂ ਸ਼ਾਹ ਨੇ। ਕਿਉਂ ਕਰਾਤੇ? ਪੀਰ ਬੁੱਧੂ ਸ਼ਾਹ ਨੇ ਇਹ ਸੁਣਿਆ ਕਿ ਪਠਾਨਾਂ ਦੀ ਫੌਜ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਧੋਖਾ ਦਿੱਤਾ, ਖੜੇ ਪੈਰ ਰਣ ਤੱਤੇ ਦੇ ਵਿੱਚ ਜੰਗ ਛਿੜਨ ਲੱਗੀ ਹੈ। ਤੇ ਪੀਰ ਬੁੱਧੂ ਸ਼ਾਹ ਕਹਿੰਦੇ ਕਿੱਥੇ ਇਸਲਾਮ ਨੂੰ ਦਾਗ ਨਾ ਲੱਗ ਜੇ, ਮੈਂ ਆਪਣੇ ਮੁਰੀਦ ਮਰਵਾ ਦਾਂਗਾ। ਦੇਖੋ ਇਹ ਭਗਤ ਹੁੰਦੇ ਆ, ਇਹ ਪ੍ਰੇਮੀ ਹੁੰਦੇ ਆ। ਤੇ ਪੀਰ ਬੁੱਧੂ ਸ਼ਾਹ ਜਦ 1000 ਮੁਰੀਦ, 2 ਸਕੇ ਪੁੱਤਰ, 2 ਭਤੀਜੇ ਸ਼ਹੀਦ ਕਰਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਭੰਗਾਣੀ ਦੇ ਯੁੱਧ ਤੋਂ ਬਾਅਦ ਪੌਂਟਾ ਸਾਹਿਬ ਕਹਿੰਦਾ ਮੈਨੂੰ ਇਜਾਜ਼ਤ ਦਿਓ। ਤੇ ਸਤਿਗੁਰੂ ਜੀ ਕਹਿੰਦੇ ਕੀ ਚਾਹੁੰਦਾ? ਤੇ ਭਾਈ ਨੰਦ ਲਾਲ ਜੀ ਉੱਥੇ ਲਿਖਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਘੱਟ ਨਾ ਸਮਝੋ, ਨਾਸਰ ਆਓ ਮਨਸੂਰ। ਕਹਿੰਦੇ ਖੁਦਾ ਤੇ ਖੁਦਾ ਦਾ ਰੂਪ ਜੇ ਕੋਈ ਹੈ ਤੇ ਕੌਣ ਹੈ? ਗੁਰੂ ਗੋਬਿੰਦ ਸਿੰਘ। ਤੇ ਕੱਲੀ ਇਹ ਗੱਲ ਨਹੀਂ, ਇਜ਼ਤ ਈ ਮਨਜ਼ੂਰ। ਕਹਿੰਦੇ ਖੁਦਾ ਦੇ ਦਰ ਤੋਂ ਮੋਹਰ ਲਗਾ ਕੇ ਪ੍ਰਵਾਨ ਹੋ ਕੇ ਅੱਜ ਧਰਤੀ ਤੇ ਕੋਈ ਬੈਠਾ ਹੈ ਤੇ ਕੌਣ ਬੈਠਾ ਹੈ? ਗੁਰੂ ਗੋਬਿੰਦ ਸਿੰਘ। ਕਹਿੰਦੇ ਇੱਥੋਂ ਤੱਕ ਬਸ ਨਹੀਂ, ਜ਼ੁਮਲਾ ਫੈਜ਼ ਏ ਨੂਰ। ਕਹਿੰਦੇ ਕੁੱਲ ਕਾਇਨਾਤ ਨੂੰ ਬਣਾਉਣ ਵਾਲੇ ਮਾਲਕ ਦਾ ਨੂਰ, ਜਿਹਦੇ ਚਿਹਰੇ ਤੇ, ਜਿਹਦੇ ਸਵਰੂਪ ਤੇ ਡਲਕਾ ਮਾਰਦਾ ਹੈ, ਉਹ ਇਸ ਧਰਤੀ ਤੇ ਸਿਰਫ ਗੁਰੂ ਗੋਬਿੰਦ ਸਿੰਘ ਹੈ। ਕਹਿੰਦੇ ਇੱਥੋਂ ਤੱਕ ਬਸ ਨਹੀਂ, ਜ਼ੁਮਲਾ ਫੈਜ਼ੇ ਨੂਰ ਤੇ ਹੈ। ਤੇ ਫਿਰ ਅੱਗੇ ਜ਼ਿਕਰ ਕੀਤਾ, ਨਾਸਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਤ ਹੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ। ਗੰਜ ਕਹਿੰਦੇ ਆ ਖਜ਼ਾਨੇ ਨੂੰ, ਹੱਕ ਰਾ ਕਹਿੰਦੇ ਆ ਚਾਬੀ। ਕਹਿੰਦੇ ਖੁਦਾ ਦੇ ਦਰ ਦੇ ਖਜ਼ਾਨੇ ਦੀ ਚਾਬੀ ਗੁਰੂ ਗੋਬਿੰਦ ਸਿੰਘ ਕੋਲ ਹੈ। ਜੇ ਤੁਸੀਂ ਸਿੱਖੋ ਕਹਿੰਦੇ ਹੋ ਸਾਡੇ ਕਰਮ ਮਾੜੇ ਨੇ, ਕਰਮ ਮਾੜੇ ਨੇ, ਕਿਸਮਤ ਮਾੜੀ ਹੈ, ਸਾਡੀ ਤਕਦੀਰ ਮਾੜੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਦੇ ਉਸ ਖਸਮ ਵਾਹਿਗੁਰੂ ਦੇ ਖਜ਼ਾਨੇ ਦੀ ਚਾਬੀ ਹੈ। ਉਹਨੂੰ ਕਹੋ ਜੇ ਮਾੜੇ ਨੇ ਤੇ ਹੁਣ ਚੰਗੇ ਕਰ ਦੇ, ਕਹੋ ਤਾਂ ਸਹੀ, ਉਹਦੇ ਕੋਲ ਸਾਰੇ ਖਜ਼ਾਨੇ ਨੇ, ਉਹ ਦੇਣ ਵਾਲਾ ਹੈ। ਉਹ ਗੰਜ ਦਾ, ਗੰਜ ਮਤਲਬ ਹੈ ਖਜ਼ਾਨੇ ਦਾ ਮਾਲਕ ਹੈ। ਬੜੀ ਕਮਾਲ ਦੀ ਇਹ ਨਜ਼ਮ ਹੈ, ਨਾਸਰ ਉਹ ਮਨਸੂਰ। ਜਪੋ ਨਾਸਰ ਉਹ ਮਨਸੂਰ ਗੁਰੂ ਨਾ ਪੜੋ ਇਹਨੂੰ। ਫਾਰਸੀ ਦਾ ਇਹ ਲੇਖ ਹੈ, ਫਾਰਸੀ ਦੇ ਵਿੱਚ ਇਹਦੇ ਵਿੱਚ ਬੜੀ ਇਹ ਨਹੀਂ ਪਈ ਹੋਈ, ਉਰਦੂ 'ਚ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਹੀ ਹੈ। ਹਾਂ ਪੰਜਾਬੀ 'ਚ ਅਸੀਂ ਜਦ ਉਤਾਰਾ ਕੀਤਾ ਤੇ ਕਈਆਂ ਨੇ ਗੁਰੂ ਗੋਬਿੰਦ ਸਿੰਘ ਲਿਖਤਾ, ਨਾ ਗੁਰੂ ਗੋਬਿੰਦ ਸਿੰਘ। ਇਜ਼ਤ ਈ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ। ਜਿੱਥੋਂ ਕਿਸੇ ਨੂੰ ਹੱਕ ਨਹੀਂ ਮਿਲਿਆ, ਇੱਕ ਵਾਰੀ ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਭਾਵੇਂ ਕੋਈ ਈਸਾਈ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਭਾਵੇਂ ਜ਼ੋਰਾਸਟਰੀਜ਼ਮ ਨੂੰ ਮੰਨਣ ਵਾਲਾ ਹੈ, ਉਹ ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਆਖੇ। ਕਹਿੰਦੇ ਹੱਕਾਂ ਦਾ ਮਾਲਕ ਗੁਰੂ ਗੋਬਿੰਦ ਸਿੰਘ ਹੈ, ਜਿੱਥੋਂ ਮਰਜ਼ੀ ਆਪੜ ਕੇ ਹੱਕ ਦਿਵਾਏਗਾ ਉਹ ਇਸ ਧਰਤੀ ਦੇ ਲੋਕਾਂ ਨੂੰ। ਉਹ ਹੱਕ ਅੱਖ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਸ਼ਾਹਾਂ ਦਾ ਸ਼ਾਹ ਤੇ ਸ਼ਹਿਨਸ਼ਾਹ ਹੈ। ਰਾਜਨ ਰਾਜ ਭਾਨਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਹਮ ਬੈਠੇ ਤੁਮ ਦੇਹੋ ਅਸੀਸਾ, ਤੁਮ ਰਾਜਨ ਰਾਜਨ ਕੇ ਈਸਾ। ਈਸਾ ਦਾ ਮਤਲਬ ਹੈ ਰਾਜਿਆਂ ਦੇ ਵੀ ਪਿਓ, ਰਾਜਿਆਂ ਦੇ ਵੀ ਖਸਮ, ਜਿਨ੍ਹਾਂ ਨੂੰ ਦੇਣ ਵਾਲੇ, ਇੱਥੇ ਵੱਡੇ ਵੱਡੇ ਦਾਨੀਆਂ ਨੂੰ ਵੀ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕਮਾਲ ਦੀ ਨਜ਼ਮ ਲਿਖੀ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਤੇ ਇੱਕ ਨਜ਼ਮ ਦੇ ਵਿੱਚ ਇੱਕ ਸ਼ੇਰ ਕਹਿੰਦੇ, ਤਾਲਬੋ ਮਤਲੂਬ ਗੁਰੂ ਗੋਬਿੰਦ ਸਿੰਘ। ਆਹ 2 ਸ਼ੇਰ ਸਮਝੋ। ਤੂੰ ਹਕਰਾ ਮਹਿਬੂਬ ਹੈ ਮੇਰੇ ਪਿਓ, ਮੇਰੇ ਪਿਤਾ, ਮੇਰੇ ਖਸਮ, ਮੇਰੇ ਬਾਪੂ। ਇਹਦਾ ਮਤਲਬ ਕੀ ਹੈ? ਕਹਿੰਦੇ ਪ੍ਰੇਮ ਕਰਨ ਵਾਲਾ ਵੀ ਆਪ ਹੈ ਤੇ ਜਿਹਦੇ ਨਾਲ ਪ੍ਰੇਮ ਹੋ ਜਾਏ ਉਹ ਵੀ ਆਪ ਹੈ। ਇੱਥੇ ਇਸ਼ਕ ਮਿਜ਼ਾਜੀ ਦੀ ਗੱਲ ਨਹੀਂ, ਹਕੀਕੀ ਦੀ।
ਆਸ਼ਿਕ ਵੀ ਆਪ ਹੈ ਤੇ ਮਸ਼ੂਕ ਵੀ ਆਪ ਹੈ। ਭਾਈ ਨੰਦ ਲਾਲ ਕਹਿੰਦੇ ਹਾਕਰਾ ਮਹਿਬੂਬ ਗੁਰੂ ਗੋਬਿੰਦ ਸਿੰਘ ਤਾਲਬੋ ਮਤਲੂਬ। ਆਸ਼ਿਕ ਵੀ ਆਪ ਤੇ ਮਸ਼ੂਕ ਵੀ ਆਪ, ਪਿਆਰ ਕਰਨ ਵਾਲਾ ਵੀ ਆਪ ਤੇ ਜਿਹਦੇ ਵਿੱਚ ਬੈਠ ਕੇ ਧਿਆਉਣ ਵਾਲਾ ਉਹ ਵੀ ਆਪ ਹੈ। ਸਿੱਖ ਵੀ ਆਪ ਹੈ ਤੇ ਸਿੱਖ ਵਿੱਚ ਬੈਠ ਕੇ ਜਪਾਉਣ ਵਾਲਾ ਵੀ ਤੂੰ ਆਪ ਹੈ, ਤੇ ਜਿਹਨੂੰ ਸਿੱਖ ਜਪ ਰਿਹਾ ਉਹ ਵੀ ਤੂੰ ਆਪ ਹੈ। ਕਮਾਲ ਦਾ ਸ਼ੇਰ ਲਿਖਿਆ। ਤੇ ਇੱਕ ਜਿਹੜੀ ਨਜ਼ਮ ਸਿਖਰ ਆ ਗਈ ਨਾ, ਕਹਿੰਦੇ ਰੂਹ ਦਰ ਹਰ ਜਿਸਮ। ਕਹਿੰਦੇ ਧਰਤੀ ਤੇ ਜਿੰਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਤਾ, ਕਹਿੰਦੇ ਜਿਸਮ ਤੇ ਉਹਦਾ ਹੋ ਸਕਦਾ ਹੈ ਭਾਵੇਂ ਮਰਦ ਦਾ ਤੇ ਭਾਵੇਂ ਔਰਤ ਦਾ। ਗੁਰੂ ਗੋਬਿੰਦ ਸਿੰਘ ਨੂੰ ਧੰਨ ਕਹਿਣ ਵਾਲਾ ਹੁਣ ਉਹਦੀ ਰੂਹ ਵੀ ਗੁਰੂ ਗੋਬਿੰਦ ਸਿੰਘ ਦੀ ਹੋ ਗਈ। ਕੈਸੀ ਕਮਾਲ ਦੀ ਨਜ਼ਮ ਲਿਖਦੇ ਆ, ਇੱਕ ਇੱਕ ਅੱਖਰ। ਕਹਿੰਦੇ ਆਹ ਰੂਹ ਦਾ ਜਿਹਦਾ ਮਾਣ ਕਰਦੇ ਆ, ਕਹਿੰਦੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਤੇ ਆਖੋ, ਕਹਿੰਦੇ ਤਨ ਭਾਵੇਂ ਠੀਕ ਰੱਖ ਜਿਹੋ ਜਿਹਾ ਮਰਜ਼ੀ ਹੋਏ, ਅੱਜ ਤੋਂ ਬਾਅਦ ਰੂਹ ਵੀ ਗੁਰੂ ਗੋਬਿੰਦ ਸਿੰਘ ਦੀ ਹੋ ਜਾਂਦੀ ਹੈ। ਫਿਰ ਖਿੜ ਜਾਂਦੀ ਹੈ ਰੂਹ, ਕਿਉਂਕਿ ਇਹ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਇਹ ਚਾਲ ਨਿਰਾਲੀ ਗੁਰਮੁਖੀ। ਤੇ ਇਸ ਤੋਂ ਪਹਿਲਾਂ ਇੱਕ ਕਮਾਲ ਦੀ ਤੁਕ ਹੈ, ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਨ ਵੰਨੇ। ਮੈਂ ਹੁਣੇ ਬੇਨਤੀ ਕਰਕੇ ਆਇਆ ਰਜ਼ੋਰੀ ਗਾਰਡਨ, ਵਜ਼ੀਰ ਖਾਂ ਕਹਿੰਦਾ ਲਾਹੌਲ ਵਿਲਾ ਕੁਵਲ, ਕਿ ਗੁਰੂ ਗੋਬਿੰਦ ਸਿੰਘ ਹੈ ਜਾਂ ਕੋਈ ਗੁਰੂ ਗੋਬਿੰਦ ਸਿੰਘ ਦਾ ਬਹਿਰੂਪੀ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਗੀ ਲੱਗੀ ਹੋਈ ਸੰਗਤ ਸਿੰਘ ਦੇ ਸੀਸ ਨੂੰ ਵੇਖਦਾ, ਕਹਿੰਦੇ ਕਮਾਲ ਹੋ ਗਈ। ਕਹਿੰਦੇ ਜੋ ਵੇਖਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਹੈ। ਕਹਿੰਦੇ ਕਿੰਨੇ ਨੇ ਇਹਦੇ ਵਰਗੇ। ਤੇ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਉਸਤਾਦ ਨੂੰ ਵੀ ਪੁੱਛਿਆ, ਪਰ ਜਿਹੜੀ ਬੇਗਮ ਉਹਦੇ ਘਰ ਵਿੱਚ ਬੈਠੀ ਸੀ ਉਹਨੂੰ ਪੁੱਛਿਆ, ਕਹਿੰਦੇ ਦੱਸ ਖਾਂ ਕਿ ਗੁਰੂ ਗੋਬਿੰਦ ਸਿੰਘ ਦਾ ਕੋਈ ਚਿਹਰਾ ਮੋਹਰਾ ਮਿਲਣ ਵਾਲਾ ਹੋਰ ਵੀ ਸੀ? ਕੌਣ ਹੈ, ਗੁਰੂ ਗੋਬਿੰਦ ਸਿੰਘ ਹੈ ਕਿ ਕੋਈ ਹੋਰ ਹੈ? ਕਹਿੰਦੇ ਗੁਰੂ ਗੋਬਿੰਦ ਸਿੰਘ ਨਹੀਂ, ਇਹ ਸੰਗਤ ਸਿੰਘ ਹੈ। ਕਹਿੰਦੇ ਇੰਨਾ ਚਿਹਰਾ ਮਿਲਦਾ? ਉਹ ਕਹਿੰਦੀ ਕੱਲੇ ਸੰਗਤ ਸਿੰਘ ਦਾ ਚਿਹਰਾ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਤੇ ਖੜੇ ਹੋ ਕੇ ਐਲਾਨ ਕਰਤਾ ਸੀ, ਜਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ। ਕਹਿੰਦੇ ਜਿੰਨੇ ਸਿੱਖ ਸਿੱਖੀ ਕਮਾਉਣਗੇ ਸਾਰੇ ਗੁਰੂ ਗੋਬਿੰਦ ਸਿੰਘ ਵਰਗੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੇ ਵਰਗੇ ਸਾਰੇ ਚਿਹਰੇ, ਤੇ ਸਾਰੇ ਚਿਹਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ। ਕਹਿੰਦੇ ਇੱਕ ਦੀ ਕਿਉਂ ਗੱਲ ਕਰਦਾ, ਕੱਲਾ ਸੰਗਤ ਸਿੰਘ ਨਹੀਂ, ਕਹਿੰਦੇ ਸਾਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਹੈ। ਬਸ ਜਬ ਲਗ ਖਾਲਸਾ ਰਹਿ ਨਿਆਰਾ। ਤੇ ਇੱਥੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਨ ਵੰਨੇ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਤੇ ਅਗਲਾ ਸ਼ੇਰ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਕਹਿੰਦੇ ਅੱਜ ਅਸੀਂ ਦੇਖ ਰਹੇ ਹਾਂ, ਕੀ ਦੇਖ ਰਹੇ ਹਾਂ? ਇਹ ਵਿਕਾਰ, ਇਹ ਮਾਇਆ ਦੇ ਡਾਂਡੇ। ਕਹਿੰਦੇ ਜਿਸ ਦਿਨ ਅੱਖਾਂ ਬੰਦ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹਨੂੰ ਕਿਹਾ ਨਾ ਸਭ ਸਿੱਖਣ ਕੋ ਹੁਕਮ ਹੈ, ਇਹਦੇ ਵਿੱਚੋਂ ਜਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰੋਗੇ ਨਾ, ਕਹਿੰਦੇ ਫਿਰ ਅੱਖਾਂ ਵਿੱਚੋਂ ਜਿਹੜਾ ਨੂਰ ਨਿਕਲੇਗਾ, ਜਿਹੜੀ ਨਜ਼ਰ ਨਿਕਲੇਗੀ, ਕਹਿੰਦੇ ਉਹ ਵੀ ਫਿਰ ਗੁਰੂ ਗੋਬਿੰਦ ਸਿੰਘ ਦੀ ਨਿਕਲੇਗੀ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ। ਕਹਿੰਦੇ ਇਹ ਹੋ ਸਕਦਾ? ਬਾਣੀ ਕਹਿੰਦੀ ਇਹ ਹੋ ਸਕਦਾ। ਕਬੀਰ ਸਾਹਿਬ ਦਾ ਬਚਨ, ਫਿਰ ਅੱਗੇ ਇਤਿਹਾਸ ਹੋਇਆ। ਬੰਦੇ ਖੋਜ ਦਿਲ ਹਰ, ਆ ਜਿੱਥੇ ਸ਼ਬਦ ਸ਼ੁਰੂ ਹੁੰਦਾ, ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਜਿੰਨੇ ਮਰਜੀ ਗਿਆਨ ਇਕੱਠਾ ਕਰ ਲਓ, ਹੁਣੇ ਜ਼ਿਕਰ ਕੀਤਾ ਕਿ ਜਿੰਨੇ ਮਰਜੀ ਅਸੀਂ ਭਾਵੇਂ ਕਹੀਏ ਕਿ ਅਸੀਂ ਇਹ ਹੋ ਗਿਆ, ਅਸੀਂ ਇਹ ਪਦਵੀਆਂ ਤੇ ਪਹੁੰਚ ਗਿਆ, ਆ ਬਾਪੂ ਅੱਗੇ ਆਉਣਾ ਪਏਗਾ ਭਾਈ, ਇੱਥੇ ਸਿਰ ਝੁਕਾਉਣਾ ਪਏਗਾ, ਇੱਥੋਂ ਬਿਨਾਂ ਖਲਾਸੀ ਨਹੀਂ ਹੈ। ਜਿੰਨਾ ਮਰਜੀ ਅਸੀਂ ਮਾਣ ਕਰੀਏ, ਤਾਣ ਕਰੀਏ, ਜਿੰਨਾ ਮਰਜੀ ਅਸੀਂ, ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਕਹਿੰਦੇ ਇੱਕ ਵਾਰੀ ਚੇਤੇ ਕਰੋ ਤੇ ਹਾਜ਼ਰ ਹਜ਼ੂਰ ਰੂਹ ਦੇ ਅੰਦਰ ਵੀ ਆ ਜਾਏਗਾ ਤੇ ਨੂਰ ਦੇ ਚਸ਼ਮ ਅੱਖਾਂ ਦੇ ਅੰਦਰ ਵੀ ਉਹ ਆ ਜਾਏਗਾ। ਟੁਕ ਦਮ ਕਰਾਰੀ, ਇੱਕ ਖੇਨ ਦੇ ਵਿੱਚ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਫਿਰ ਉੱਥੇ ਇੱਕ ਤੁਕ ਵਿੱਚੋਂ ਲੈਂਦਾ, ਬਹੁਤਾ ਸਮਾਂ ਨਹੀਂ, ਉਹਦਾ ਜ਼ਿਕਰ ਕੀਤਾ। ਕਹਿੰਦੇ ਭਗਤ ਕਬੀਰ ਜੀ ਬੜਾ ਕਮਾਲ ਦਾ ਬਚਨ ਕਰਦੇ, ਕਹਿੰਦੇ ਕਿ ਰੱਬ ਕੋਈ ਸੱਤਵੇਂ ਅਸਮਾਨ ਤੇ ਨਹੀਂ ਵਸਦਾ। ਕਹਿੰਦੇ ਉਹ ਕਿੱਥੇ ਵਸਦਾ? ਕਹਿੰਦੇ ਇੱਥੇ ਵਸਦਾ। ਬਸ ਭਾਵਨਾ ਨਾਲ ਦਿਲ ਵਿੱਚ ਜੁੜ ਕੇ, ਘੁੱਟ ਕੇ ਅੰਦਰ ਮਨ ਨੂੰ ਟਿਕਾ ਕੇ ਇੱਕ ਵਾਰੀ ਰੱਬ ਨੂੰ ਆਖ ਤਾਂ ਦਿਓ, ਸੱਚੇ ਪਾਤਸ਼ਾਹ ਨੂੰ ਧਿਆ ਤਾਂ ਦਿਓ। ਕਹਿੰਦੇ ਕਰੋੜਾਂ ਮੈਲ ਤੋਂ ਭਰਿਆ ਹੋਇਆ ਮਨ ਵੀ ਇੱਕ ਖਿੰਨ 'ਚ ਪਵਿੱਤਰ ਕਰ ਦੇਗਾ ਗੁਰੂ।
ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦੰਗ ਬੂਦ। ਅਸਲ ਅਸੀਂ ਕਹਿੰਦੇ ਆ ਨਾ ਗੁਸਲ ਖਾਨਾ, ਇਹ ਸਾਡੀ ਬੋਲੀ ਦੇ ਵਿੱਚ ਹੀ ਸਾਰਾ ਕੁਝ ਹੈ। ਸਾਡਾ ਕਲਚਰ ਹੀ ਪਿਆ ਸਾਰਾ ਇਹਦੇ ਵਿੱਚ, ਸਾਡੀ ਬੋਲੀਆਂ, ਸਾਡੀ ਜ਼ੁਬਾਨ, ਸਾਡੀ ਭਾਸ਼ਾਵਾਂ, ਸਾਰਾ ਗਿਆਨ ਇਹਦੇ ਵਿੱਚ ਹੈ। ਉਹ ਕੋਈ ਸੱਤਵੇਂ ਅਸਮਾਨ ਤੇ ਨਹੀਂ ਹੈ, ਅਸਮਾਨ ਮੇ ਉੱਥੇ ਨਹੀਂ ਹੈ। ਲਹੰਗ ਦਰਿਆ ਕਹਿੰਦੇ ਇੱਥੇ ਅੰਦਰ ਦਰਿਆ ਵਗ ਰਿਹਾ ਉਹਦੇ ਪ੍ਰੇਮ ਦਾ, ਬਸ ਇੱਥੇ ਗੁਸਲ ਕਰਦੰਗ ਬੂਦ, ਇੱਥੇ ਹੀ ਉਹਨੂੰ ਧਿਆਲ ਹੈ, ਇੱਥੇ ਹੀ ਮਨ ਗੁਸਲ ਕਰ ਜਾਏਗਾ, ਮਨ ਇਸ਼ਨਾਨ ਕਰ ਜਾਏਗਾ। ਫਿਰ ਕੀ ਹੋਏਗਾ? ਕਹਿੰਦੇ ਕਰ ਚਸ਼ਮਦਾਇਕ ਲਾਏ ਚਸ਼ਮੈ ਜਹ ਤਹਾਂ ਮੌਜੂਦ, ਕਰ ਫਕਰ ਦਾਇਮ ਲਾਏ ਚਸ਼ਮੈ ਜਹ ਤਹਾਂ ਮੌਜੂਦ। ਕਹਿੰਦੇ ਫਿਰ ਜਦ ਉਹਨੂੰ ਯਾਦ ਕਰੇਗਾ, ਅੱਖਾਂ ਬੰਦ ਕਰਕੇ ਯਾਦ ਕਰੇਗਾ, ਜਿਸ ਵੇਲੇ ਅੱਖਾਂ ਹਜੇ ਬੰਦ ਕਰਨੀਆਂ ਨੇ, ਮਾਇਆ ਦਾ ਪਸਾਰਾ ਅੱਖਾਂ 'ਚ, ਅੱਖਾਂ ਬੰਦ ਕਰਕੇ ਧੰਨ ਆਖਿਆ ਗੁਰੂ ਨੂੰ। ਕਹਿੰਦੇ ਉਸ ਤੋਂ ਬਾਅਦ ਅੱਖਾਂ ਖੋਲੀ, ਫਿਰ ਗੁਰੂ ਆਪਣਾ ਚਸ਼ਮਾ ਦੇਗਾ, ਗੁਰੂ ਆਪਣੀਆਂ ਅੱਖਾਂ ਦੇਗਾ, ਫਿਰ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਬਦਲ ਜਾਏਗਾ। ਫਿਰ ਜੋ ਨਰ ਦੁਖ ਮੈਂ ਸੁਖ ਸਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਮਾਨਾ, ਹਰਗ ਸੋਕ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਆਸਾ। ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦੰਗ ਬੂਦ, ਕਰ ਫਕਰ ਦਾਇਮ। ਜਿਵੇਂ ਗੁਰੂ ਕਹਿੰਦਾ ਉਹ ਫਕੀਰੀ ਕਮਾਲ ਹੈ। ਕਰ ਫਕਰ ਦਾਇਮ ਲਾਏ ਚਸ਼ਮੇ, ਇੱਕ ਵਾਰੀ ਗੁਰੂ ਦਾ ਚਸ਼ਮਾ ਲਾ ਕੇ ਵੇਖ। ਜੇ ਗੁਰੂ ਦਾ ਚਸ਼ਮਾ ਲਾ ਕੇ ਵੇਖੇਗਾ, ਜਿਹੜਾ ਗੁਰੂ ਨੇ ਅੱਖਾਂ ਤੇ ਲਾਇਆ ਖੁਦਾ ਦਾ, ਉਹਨੂੰ ਇਹ ਲੱਗਦਾ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ। ਦੇਖੋ ਸਾਡੇ ਘਰ ਪੁੱਤਰਾਂ ਧੀਆਂ ਦਾ ਵਿਆਹ ਹੁੰਦਾ ਹੈ, ਅਸੀਂ ਉਹ ਚੀਜ਼ ਵਾਰਦੇ ਹਾਂ ਜਿਹੜੀ ਚੀਜ਼ ਸਾਨੂੰ ਪੁੱਤਰ ਧੀਆਂ ਦੇ ਅੱਗੇ ਤੁੱਛ ਜਾਪਦੀ ਹੈ। ਤੇ ਇਸ ਤੋਂ ਵੱਡੀ, ਸਭ ਤੋਂ ਵੱਡਾ ਆਪਾਂ ਕਹਿੰਦੇ ਨਾ ਪੈਸਾ ਹੈ, ਮਾਇਆ, ਪੈਸਾ, ਕਰੰਸੀ, ਨੋਟ, ਇਹ ਆਪਣੇ ਪੁੱਤਰ ਧੀਆਂ ਅੱਗੇ ਤੁੱਛ ਜਾਣਦੇ ਆ, ਤਾਂ ਕਹਿੰਦੇ ਆ ਇਹ ਵੀ ਵਾਰਤੇ, ਇਹ ਵੀ ਵਾਰਤੇ, ਤੇਰੇ ਤੇ ਵਾਰੇ। ਇਹਦੇ ਉੱਤੇ, ਜਿਹਦੇ ਉੱਤੇ ਵਾਰਿਆ ਜਾ ਰਿਹਾ ਉਹ ਵੱਡਾ ਹੈ, ਤੇ ਜਿਹੜੀ ਚੀਜ਼ ਵਾਰੀ ਜਾ ਰਹੀ ਹੈ ਉਹ ਛੋਟੀ ਹੈ। ਸਮਝ ਆ ਗਈ ਗੱਲ? ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀ ਵਾਰਿਆ ਦੇਖੋ, ਤੇ ਕਿਸ ਤੇ ਵਾਰਿਆ। ਵਾਰਨ ਵਾਲੇ ਕੀ ਨੇ, ਤੇ ਵਾਰਨ ਵਾਲਿਆਂ ਦੇ ਉੱਤੇ, ਜਿਨ੍ਹਾਂ ਤੇ ਵਾਰ ਰਹੇ ਨੇ, ਤੇ ਉਹ ਕੀ ਹੈ। ਅਸੀਂ ਪੁੱਤਰ ਧੀਆਂ ਤੇ ਪੈਸਾ ਵਾਰਦੇ ਹਾਂ, ਕਹਿੰਦੇ ਪੈਸਾ ਕੁਝ ਵੀ ਨਹੀਂ, ਸਭ ਕੁਝ ਵਾਰ ਦਈਏ, ਤੇਰੇ ਤੋਂ ਸਭ ਕੁਝ ਵਾਰਤਾ। ਤੇ ਗੁਰੂ ਗੋਬਿੰਦ ਸਿੰਘ ਪਤਾ ਕੀ ਵਾਰ ਰਿਹਾ? ਆਪਣੇ ਪੁੱਤਰਾਂ ਨੂੰ ਵਾਰ ਰਿਹਾ। ਵਾਰਨ ਵਾਲੀ ਚੀਜ਼ ਛੋਟੀ ਹੁੰਦੀ ਹੈ, ਤੇ ਜਿੱਤੇ ਵਾਰਿਆ ਜਾਂਦਾ ਉਹ ਵੱਡਾ ਹੁੰਦਾ। ਤੇ ਵਾਰੇ ਕਿਸ ਤੇ ਜਾ ਰਹੇ? ਤੁਹਾਡੇ ਤੇ ਵਾਰ ਰਿਹਾ। ਤੁਸੀਂ ਵੱਡੇ ਹੋ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹ ਛੋਟੇ ਨੇ। ਇਨ ਪੁੱਤਰਨ ਕੇ ਸੀਸ ਪਰ, ਆ ਇੱਥੇ ਜ਼ਿਕਰ ਕੀਤਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਮੈਂ ਤੁਹਾਡੇ ਤੇ ਵਾਰ ਤੇ ਚਾਰ ਮੂੰਹਾਂ ਤੋਂ ਕਿਆ ਹੁਆ ਜੀਵਤ ਕਈ। ਪੁੱਤਰਾਂ ਨੂੰ ਤਵੱਜੋ ਨਹੀਂ, ਕਹਿੰਦੇ ਆ ਪੁੱਤਰ ਨੇ, ਆ ਨੇ। ਚਾਰ ਸ਼ੁੱਧ ਕੇ ਚੂ ਬਚਕਾ ਕੁਸ਼ਤਾ ਚਾਰ, ਚਾਰ ਚਿੰਗਿਆੜੀਆਂ ਸੀ, ਬਿੰਦੀ ਪੁੱਤਰ ਬੁਝਾਤੇ, ਨਾਦੀ ਪੁੱਤਰ ਸਦਾ ਜਿਉਂਦੇ ਰਹਿਣਗੇ। ਤੇ ਤੀਸਰਾ ਅੱਜ ਲੀਕ ਪੁੱਤਰਾਂ ਦਾ ਜ਼ਿਕਰ ਕਰ ਰਿਹਾ, ਗਨੀ ਖਾਂ ਤੇ ਨਬੀ ਖਾਂ, ਇਹ ਭਰਾ ਨੇ, ਕੱਲੇ ਚਾਰ ਸਾਹਿਬਜ਼ਾਦਿਆਂ ਨੂੰ ਨਹੀਂ, ਗਨੀ ਖਾਂ ਤੇ ਨਬੀ ਖਾਂ ਨੂੰ ਸਤਿਗੁਰੂ ਜੀ ਪੁੱਤਰ ਬਣਾ ਕੇ ਜਾ ਰਿਹਾ ਹੈ। ਕੱਲ ਨੂੰ ਕੋਈ ਸ਼ੰਕਾ ਨਾ ਕਰੇ, ਕੱਲ ਨੂੰ ਕੋਈ ਸ਼ੱਕ ਨਾ ਕਰ ਦੇ ਕਿ ਇਹ ਕੌਣ। ਗੁਰੂ ਸਾਹਿਬ ਕਹਿੰਦੇ ਮੈਂ ਲਿਖ ਕੇ ਦਵਾਂਗਾ। ਅੱਜ ਵੀ ਹੁਕਮਨਾਮਾ ਸਤਿਗੁਰੂ ਜੀ ਦੀ ਲਿਖਿਆਈ ਦਾ ਖਰੜਾ, ਓਰੀਜਨਲ ਖਰੜਾ ਅੱਜ ਵੀ ਸਾਂਭਿਆ ਪਿਆ। ਖਾਲਸਾ ਕਾਲਜ ਦੀ ਲਾਇਬ੍ਰੇਰੀ 'ਚ ਬਹੁਤ ਕੁਝ ਸਾਂਭਿਆ ਪਿਆ, ਜਿਹੜਾ ਸਾਡੇ ਅੱਖਾਂ ਦੇ ਸਾਹਮਣੇ ਆਇਆ ਨਹੀਂ ਅਜੇ, ਕਿਉਂਕਿ ਸਾਡੀ ਖੋਜ ਵਾਲੀ ਬਿਰਤੀ ਨਹੀਂ ਹੈ। ਮੇਰੇ ਪਰਸ਼ੀਅਨ ਦੇ ਟੀਚਰ ਨੇ, ਕਿਉਂਕਿ ਮੇਰੇ ਇੱਕ ਉਰਦੂ ਦੇ ਉਸਤਾਦ ਵੱਖਰੇ ਰਹੇ ਨੇ। ਉਰਦੂ ਮੈਂ ਸਿੱਖੀ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੋਈ ਵਿਦਵਤਾ ਨਹੀਂ, ਸਿਰਫ ਮੈਂ ਇੱਕ ਜ਼ਿਕਰ ਦਿਖਾ ਰਿਹਾ ਕਿ ਮੈਨੂੰ ਜ਼ਫਰਨਾਮੇ ਨਾਲ ਮੁਹੱਬਤ ਕਦ ਪਈ। ਜਿਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ MA ਦੀ ਸਟੱਡੀਜ਼ ਦੇ ਵਿੱਚ ਸਾਨੂੰ ਸਿੰਘ ਸਾਹਿਬ ਹੋਰਾਂ ਨੇ ਸਾਡੀ ਸਪੈਸ਼ਲ ਉਰਦੂ ਦੀ ਕਲਾਸ ਲਗਾਉਣੀ ਸ਼ੁਰੂ ਕੀਤੀ, ਸਾਨੂੰ ਪਟਿਆਲੇ ਸੱਦਿਆ 2 ਮਹੀਨੇ ਲਈ। 2 ਮਹੀਨੇ ਉੱਥੇ ਸਾਨੂੰ ਟਿਕਾ ਕੇ ਪਟਿਆਲੇ ਦੇ ਵਿੱਚ ਉਰਦੂ ਸਿਖਾਈ, ਕਹਿੰਦੇ ਸਿੱਖੋ। ਉਸ ਵੇਲੇ ਸਾਡੇ ਜਿਹੜੇ ਟੀਚਰ ਸੀ ਉਹ ਸੀ ਪ੍ਰੋਫੈਸਰ ਨਾਸ਼ਰ ਨਕਵੀ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੈਡ ਆਫ ਡਿਪਾਰਟਮੈਂਟ ਉਰਦੂ ਦੇ। ਅਕਸਰ ਤੁਸੀਂ ਦੇਖਿਆ ਹੋਵੇਗਾ DD ਉਰਦੂ, DD ਪੰਜਾਬੀ 'ਚ ਉਹਨਾਂ ਦੇ ਬੜੇ ਇੰਟਰਵਿਊਜ਼ ਆਉਂਦੇ ਆ। ਉਹਨਾਂ ਦੇ ਸ਼ੇਰ ਬੜੇ ਮਸ਼ਹੂਰ ਨੇ, ਤੁਮੇ ਆ ਜਾਏਂਗੀ ਆਦਾਬੇ ਹਸਤੀ, ਉਰਦੂ ਸੇ ਮੁਹੱਬਤ ਕਰਕੇ ਦੇਖੋ। ਮਹੀਨਾ ਲਾ ਕੇ ਉਹਨਾਂ ਨੇ ਸਾਨੂੰ ਹਰੂਫੇ ਤਹਿਜ਼ੀ ਸਿਖਾਈ। ਹਰੂਫੇ ਤਹਿਜ਼ੀ ਜਿਵੇਂ ਆਪਾਂ A to Z, A to Z ਨਹੀਂ ਕਹਿੰਦੇ ਅੰਗਰੇਜ਼ੀ ਤੇ, ਉਵੇਂ ਹੀ ਅਲਫ ਬੇ ਪੇ ਤੇ ਟੇ ਸੇ ਜੀਮ ਚੇ ਕੇ ਦਾਲ ਡਾਲ ਚਾਲ ਰੇੜੇ ਜੇ ਸਭ ਕੁਝ ਸਿਖਾਇਆ। ਫਿਰ ਸਾਨੂੰ ਖੇ ਬੜੀ ਇਹ ਜਦ ਸ਼ੁਰੂ ਕਰਾਉਣ ਲੱਗੇ ਨਾ, ਸਾਡੇ ਵਿੱਚੋਂ ਮੇਰੇ ਮਿੱਤਰ ਨੇ ਪੁੱਛਿਆ ਭਾਈ ਗੁਰਪ੍ਰੀਤ ਸਿੰਘ ਨੇ ਕਿ ਉਰਦੂ ਦੀ ਸਭ ਤੋਂ ਖੂਬਸੂਰਤ ਨਜ਼ਮ ਕਿਹੜੀ ਤੁਹਾਨੂੰ ਲੱਗਦੀ ਹੈ? ਡਾਕਟਰ ਨਾਸ਼ਰ ਨਕਵੀ ਨੂੰ।
ਇਹ ਪੁੱਛਣ ਦੀ ਦੇਰ ਸੀ ਤੇ ਉਹਨਾਂ ਦੇ ਅੱਖਾਂ ਤੋਂ ਹੰਝੂ ਵਹਿਣ ਲੱਗ ਗਏ ਤੇ ਉਹਨਾਂ ਨੇ ਸਾਨੂੰ ਪੜ੍ਹ ਕੇ ਸੁਣਾਇਆ, ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ, ਅਮਾ ਬਖਸ਼ ਬਖਸ਼ਿੰਦੇ ਉਹ ਦਸਤਗੀਰ, ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ। ਤੇ ਫਿਰ ਅਸੀਂ ਜ਼ਿਕਰ ਕੀਤਾ, ਨਾਸਿਰ ਸਾਹਿਬ ਅਸੀਂ ਤੇ ਉਰਦੂ ਵਿੱਚ ਇਹ ਪੜ੍ਹਦੇ ਹਾਂ, ਤੁਸੀਂ ਸਾਨੂੰ ਫਰਦੌਸ ਦੇ ਸ਼ੇਰ ਪੜ੍ਹਾ ਰਹੇ ਹੋ। ਸਾਨੂੰ ਫਰਦੌਸ ਪੜ੍ਹਾਇਆ ਜਾਂਦਾ ਉਰਦੂ ਤੇ ਫਾਰਸੀ 'ਚ। ਔਰ ਇਹ ਫਰਦੌਸ ਮੈਨੂੰ ਜਦ ਮੈਂ ਐਡਵਾਂਸ ਡਿਪਲੋਮਾ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ PhD ਦੇ ਨਾਲ ਪਰਸ਼ੀਅਨ ਦੇ ਵਿੱਚ, ਉਸ ਵੇਲੇ ਫਰਦੌਸ ਮੈਨੂੰ ਪੜ੍ਹਾਇਆ ਗਿਆ। ਉਸ ਵੇਲੇ ਫਰਦੌਸ ਪੜ੍ਹਾਇਆ ਜਾਂਦਾ ਹੈ ਸਰਟੀਫਿਕੇਟ ਕੋਰਸ ਦੇ ਵਿੱਚ। ਔਰ ਸਰਟੀਫਿਕੇਟ ਕੋਰਸ ਤੋਂ ਬਾਅਦ ਡਿਪਲੋਮਾ ਕੋਰਸ ਤੇ ਫਿਰ ਉਸ ਤੋਂ ਬਾਅਦ ਐਡਵਾਂਸ ਡਿਪਲੋਮਾ ਕੋਰਸ। ਫਰਦੌਸ ਸਰਟੀਫਿਕੇਟ ਤੇ ਡਿਪਲੋਮਾ ਕੋਰਸ ਤੱਕ ਪੜ੍ਹਾਇਆ ਜਾਂਦਾ ਹੈ। ਮੈਂ ਇੱਥੇ ਯੂਨੀਵਰਸਿਟੀ ਦੀ ਕਲਾਸ ਨਹੀਂ ਰਿਹਾ, ਫਿਰ ਮੈਂ ਦੱਸ ਰਿਹਾ, ਜਦ ਐਡਵਾਂਸ ਡਿਪਲੋਮਾ ਕੋਰਸ ਆਉਂਦਾ ਹੈ ਨਾ, ਐਡਵਾਂਸ ਡਿਪਲੋਮਾ ਕੋਰਸ 'ਚ ਅੱਜ ਦੇਸ਼ ਦੀ ਤੇ ਈਰਾਨ ਦੀ ਤੇ ਭਾਵੇਂ ਜਿੰਨੀ ਵੀ ਇਸਲਾਮਿਕ ਕੰਟਰੀਆਂ ਨੇ, ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਅੱਜ ਵੀ ਫਾਰਸੀ ਦਾ ਡਿਪਾਰਟਮੈਂਟ ਜਿੱਥੇ ਵੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜ਼ਫਰਨਾਮਾ ਪੜ੍ਹਾਇਆ ਜਾਂਦਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜ਼ਫਰਨਾਮੇ ਤੋਂ ਉੱਤੇ ਫਾਰਸੀ ਦਾ ਕੋਈ ਮੀਟਰ ਨਹੀਂ ਹੈ। ਫਰਦੌਸ ਨੇ 60,000 ਸ਼ੇਰ ਲਿਖੇ ਨੇ, 60,000। ਈਰਾਨ ਦਾ ਸਭ ਤੋਂ ਵੱਡਾ ਫਾਰਸੀ ਦਾ ਸ਼ਾਇਰ ਹੋਇਆ। ਉਸ ਵੇਲੇ ਈਰਾਨ ਦਾ ਬਾਦਸ਼ਾਹ ਇੱਕ ਸ਼ੇਰ ਦੇ ਉੱਤੇ ਉਹਨੂੰ ਸੋਨੇ ਦੀ ਮੋਹਰ ਦਿੰਦਾ ਸੀ। ਇੱਕ ਸ਼ੇਰ ਉੱਤੇ 60,000 ਸੋਨੇ ਦੀਆਂ ਮੋਹਰਾਂ ਫਰਦੌਸ ਨੂੰ ਉਸ ਵੇਲੇ ਦੇ ਬਾਦਸ਼ਾਹ ਨੇ ਦਿੱਤੀਆਂ। ਪਰ ਕਹਿੰਦੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜ਼ਫਰਨਾਮਾ ਲਿਖਿਆ, ਕਹਿੰਦੇ ਫਰਦੌਸ ਦੇ ਇਉਂ ਜਾਪਦਾ 60,000 ਦੇ 60,000 ਸ਼ੇਰ ਫਿੱਕੇ ਪੈ ਗਏ। ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਸੂਰਜ ਹੈ ਤੇ ਫਰਦੌਸ ਦੇ 60,000 ਸ਼ੇਰ ਦੀਵਿਆਂ ਦੀ ਤਰ੍ਹਾਂ ਹੈ। ਜਦ ਸੂਰਜ ਉਗਦਾ ਹੈ ਤੇ ਉਹ ਫਿੱਕੇ ਪੈ ਗਏ। ਸੱਚੀ ਮੁੱਚੀ ਨਾਸ਼ਿਰ ਨਕਵੀ ਰੋਣ ਲੱਗ ਜਾਂਦਾ ਸੀ ਸਾਨੂੰ ਪੜਾਉਣ ਲੱਗਿਆਂ। ਤੇ ਸਾਡੇ ਪਰਸ਼ੀਅਨ ਦੇ ਜਿਹੜੇ ਟੀਚਰ ਸੀ, ਉਹਨਾਂ ਨੇ ਸਾਨੂੰ ਫਿਰ ਅਸਲ ਖਰੜਾ ਦਿਖਾਇਆ ਖਾਲਸਾ ਕਾਲਜ ਤੋਂ ਮੰਗਵਾ ਕੇ। ਕਹਿੰਦੇ ਤੁਹਾਡੇ ਖਾਲਸਾ ਕਾਲਜ 'ਚ ਇੰਨਾ ਸਰਮਾਇਆ ਪਿਆ, ਤੁਹਾਡੇ ਸਿੱਖਾਂ ਨੂੰ ਪਤਾ ਹੀ ਨਹੀਂ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚੰਗਾ ਜੀ ਨਹੀਂ ਪਤਾ। ਤੇ ਕਹਿੰਦੇ ਸਾਡੇ ਸਿੱਖਾਂ ਨੂੰ ਸ਼ੌਂਕ ਵੀ ਨਹੀਂ ਹੈ। ਜੇ ਸ਼ੌਂਕ ਹੋਏ ਤੇ ਪਤਾ ਲੱਗੇ ਕਿੰਨਾ ਕੁਛ ਇੱਥੇ ਲਿਖਤਾਂ ਪਈਆਂ ਨੇ, ਕਿੰਨਾ ਕੁ ਫਾਰਸੀ ਦਾ ਲਿਟਰੇਚਰ ਪਿਆ ਹੈ ਸਾਡੇ ਕੋਲ। ਬਾਬਾ ਬੰਦਾ ਸਿੰਘ ਬਹਾਦਰ ਦਾ ਪੰਜਾਬੀ ਲਿਟਰੇਚਰ ਨਹੀਂ ਮਿਲਦਾ ਜ਼ਿਆਦਾ, ਬਾਬਾ ਬੰਦਾ ਸਿੰਘ ਦਾ ਇਤਿਹਾਸ ਸਾਰਾ ਫਾਰਸੀ ਲਿਟਰੇਚਰ ਮਿਲਦਾ। ਕਿਉਂ? ਸਿੱਖਾਂ ਨਾਲੋਂ ਜ਼ਿਆਦਾ ਇੰਟਰਸਟ ਮੁਗਲਾਂ ਨੂੰ ਸੀ ਕਿ ਇਹ ਹੈ ਕੌਣ, ਇਹ ਕਿਹੜਾ ਕਰਾਮਾਤੀ ਆਇਆ ਜਿਹਨੇ ਚੰਦ ਦਿਨਾਂ ਦੇ ਵਿੱਚ ਸਾਰਾ ਪੰਜਾਬ ਇਕੱਠਾ ਕਰ ਲਿਆ, ਜਿਹਨੇ ਚੰਦ ਜਿਨ੍ਹਾਂ ਦੇ ਵਿੱਚ ਕਿ ਆਮ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਹੱਕ ਦੇ ਦਿੱਤੇ ਖੋ ਕੇ, ਜਿਨ੍ਹਾਂ ਨੇ ਸਾਰੇ ਕਰ ਮਾਫ ਕਰਤੇ। ਕਹਿੰਦੇ ਜਿਹਨੇ ਵਜ਼ੀਰ ਖਾਨ ਨੂੰ ਤੇ ਸਾਰੇ ਸਰਹੰਦ ਨੂੰ ਮਲੀਆਮੇਟ ਕਰਤਾ, ਜਿਹਨੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਆਪਣੇ ਰਾਜ ਦਾ ਝੰਡਾ ਬੁਲੰਦ ਕਰਤਾ, ਜਿਹਨੇ 4 ਸਾਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੀ ਕਰੰਸੀ ਚਲਾਤੀ। ਜੇ ਸਿੱਕਾ ਚਲੇਗਾ ਪੰਜਾਬ ਦੇ ਵਿੱਚ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛਾਪੇ ਦਾ ਚਲੇਗਾ, ਦੂਸਰਾ ਸਿੱਕਾ ਨਹੀਂ ਚਲੇਗਾ। ਇਸਲਾਮ ਜਗਤ ਦੀਆਂ ਫਾਰਸੀ ਦੀਆਂ ਲਿਖੀਆਂ ਹੋਈਆਂ ਮੋਹਰਾਂ ਖੋਟੀਆਂ ਕਰਤੀਆਂ ਸੀ। ਲੋਕਾਂ ਨੇ ਘਰੋਂ ਬਾਹਰ ਛੁੱਟੀਆਂ, ਇਹਨਾਂ ਨੂੰ ਖੋਟਾ ਸਮਝਿਆ, ਸੱਟੋ ਬਾਹਰ। ਕਿਉਂ? ਅੱਜ ਤੋਂ ਬਾਅਦ ਨਾਨਕ ਪ੍ਰਸਤ ਹੈਗੀਆਂ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਕਾ ਚਲੇਗਾ। ਹੁਣ ਇਹ ਕੀ ਚੀਜ਼ ਹੈ? ਇਹ ਅਮੀਰੀ ਹੈ ਲਿਖਤਾਂ ਦੀ। ਇਹ ਹੈ ਕਮਾਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾ ਕੁਨ ਰਹੀ। ਕਹਿ ਦੇਣਾ ਬੜਾ ਸੌਖਾ ਹੈ, ਪਰ ਇਹਨੂੰ ਪੜ੍ਹਨਾ, ਇਹਨੂੰ ਕਮਾਉਣਾ, ਇਹਨੂੰ ਸਮਝਣਾ ਔਰ ਇਹਨੂੰ ਸੱਚੀ ਮੁੱਚੀ ਮਹਿਸੂਸ ਕਰਨਾ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਇੱਕ ਸ਼ੇਰ ਨਹੀਂ ਲਿਖਿਆ, 2 ਨਹੀਂ ਲਿਖੇ। ਕਹਿੰਦੇ ਮੀਟਰ ਮੁੱਕ ਜਾਂਦੇ ਆ ਸ਼ਾਇਰਾਂ ਦੇ। ਅੱਜ ਤੱਕ ਧਰਤੀ ਤੇ ਕੋਈ ਐਸਾ ਸ਼ਾਇਰ ਨਹੀਂ ਪੈਦਾ ਹੋਇਆ ਜਿਹੜਾ ਜ਼ਫਰਨਾਮੇ ਨੂੰ ਚੈਲੰਜ ਕਰ ਸਕੇ। ਕੋਈ ਨਹੀਂ ਪੈਦਾ ਹੋਇਆ ਕਿ ਜੇ ਗੱਲ ਕਰਦੇ, ਕਮਾਲ ਦੀ ਗੱਲ ਕਰਦੇ ਆ, ਇੱਕ ਅੱਖਰ ਵਿੱਚੋਂ ਐ ਤੀਰ ਕਮਾਨ ਚਲਾ। ਕਹਿੰਦੇ ਸ਼ਾਇਰੀ ਵਿੱਚੋਂ ਐ ਲੱਗਦਾ ਜਿਵੇਂ ਜੰਗ ਹੋ ਰਹੀ ਹੈ। ਗੁਰਸਨਾ ਕੇ ਕਾਰੇ ਕੁਨਰ ਚਿਲਨਰ ਕੇ ਦਹਿਲਕ ਬਰੋ ਆਇਦ ਬਰੋ ਬੇਖਬਰ। ਉੱਥੇ ਜ਼ਿਕਰ ਹੈ ਕਿ ਪੈਮਾ ਸ਼ਿਕਨ ਬੇਦਰੰਗ ਆਮਦਨ ਮਿਆਂ ਤੇਗੋ ਤੀਰੋ ਤਫੰਗ ਆਮਦਨ ਬਾਲਾਚਾਰ ਕੀ ਦਰਮਿਆ ਆਮਦਨ ਬਾ ਤਦਬੀਰੇ ਤੀਰੋ ਤਫੰਗ ਆਮਦਨ। ਉੱਥੋਂ ਵੀ ਤੀਰ ਤਫੰਗ। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੀ ਗੜੀ ਤੋਂ ਵੀ ਫਿਰ ਇਹ ਚਲੇ। ਕਹਿੰਦੇ ਗੱਲਾਂ, ਕਹਿੰਦੇ ਇਸ ਸ਼ੇਰਾਂ ਦੇ ਵਿੱਚ ਹੀ ਜੰਗ ਲੜਾਤੀ ਸਤਿਗੁਰੂ ਜੀ ਨੇ। ਜੰਗਨਾਮਾ ਹੀ ਇਹਨੂੰ ਬਣਾ ਦਿੱਤਾ। ਫਿਰ ਕਹਿ ਦਿੱਤਾ, ਕਹਿੰਦੇ ਜਦ ਸਿਰ ਤੋਂ ਪਾਣੀ ਲੰਘ ਗਿਆ ਚੂੰਕਾਰ ਅਜ਼ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਰਸ ਬੁਰਦਮ ਬਸ਼ਮਸ਼ੀਰ ਦਸ। ਇਹ ਸ਼ੇਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਹੈ। 111 ਸ਼ੇਰਾਂ ਦੇ ਵਿੱਚੋਂ 2 ਸ਼ੇਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਹੀਂ ਨੇ, ਬਾਬਤ ਨਹੀਂ ਨੇ। ਇਹ ਸ਼ੇਰ ਹੈ ਇਸ ਧਰਤੀ ਦੇ ਉੱਤੇ ਸਭ ਤੋਂ ਵੱਡਾ ਫਾਰਸੀ ਦਾ ਵਿਦਵਾਨ, ਗੁਲਸਤਾਂ ਤੇ ਬੋਸਤਾਂ ਦਾ ਲਿਖਤਾ ਸ਼ੇਖ ਸਾਦੀ,
ਇਹ ਸ਼ੇਰ ਸ਼ੇਖ ਸਾਦੀ ਦਾ। ਹੁਣ ਪੜਾਂਗੇ ਤੇ ਪਤਾ ਲੱਗੇਗਾ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਔਰੰਗਜ਼ੇਬ ਨੂੰ ਕਹਿ ਰਿਹਾ ਹੈ, ਤੇਰੇ ਵਿਦਵਾਨਾਂ ਦੀ ਭੀੜ ਦੇ ਵਿੱਚ, ਤੇਰੇ ਲੱਗਦੇ ਦਰਬਾਰ ਦੇ ਵਿੱਚ ਜੇ ਤੂੰ ਸ਼ੇਖ ਸਾਦੀ ਨਹੀਂ ਪੜਿਆ ਤੇ ਆਪਣੇ ਕਵੀਆਂ ਨੂੰ ਪੁੱਛ ਲਈ। ਤੇਰੇ ਦਰਬਾਰ 'ਚ ਨੰਦ ਲਾਲ ਵਰਗੇ ਸਿਆਣੇ ਸਨ, ਉਹਨਾਂ ਨੇ ਸ਼ੇਖ ਸਾਦੀ ਪੜਿਆ ਹੋਏਗਾ। ਕਹਿੰਦੇ ਮੈਂ ਨਹੀਂ ਕਹਿੰਦਾ, ਤੇਰੇ ਧਰਮ ਨੂੰ ਮੰਨਣ ਵਾਲਾ, ਮੁਹੰਮਦ ਸਾਹਿਬ ਨੂੰ ਮੰਨਣ ਵਾਲਾ, ਉਹ ਵੀ ਕਹਿੰਦਾ ਹੈ ਕਿ ਪਾਣੀ ਜਦ ਸਿਰ ਤੋਂ ਉੱਤੇ ਲੰਘ ਜੇ ਤੇ ਫਿਰ ਤੇਗ ਹੀ ਹੀਲਾ। ਤੇ ਇੱਕ ਸ਼ੇਰ ਸਤਿਗੁਰੂ ਜੀ ਨੇ ਫਰਦੌਸ ਦਾ ਲਿਖਿਆ, ਫਰਦੌਸ ਦੇ ਬਾਬਤ ਲਿਖਿਆ। ਫਰਦੌਸ ਨੇ 60,000 ਸ਼ੇਰ ਲਿਖੇ ਤੇ ਸਤਿਗੁਰੂ ਜੀ ਨੇ ਇੱਕ ਸ਼ੇਰ ਲਿਖਿਆ ਫਰਦੌਸ ਦਾ। ਉਹਦੇ ਵਿੱਚ ਜ਼ਿਕਰ ਕੀਤਾ ਕਿ ਫਰਦੌਸ ਇਹ ਕਹਿੰਦਾ ਹੈ ਕਿ ਔਰੰਗਜ਼ੇਬ ਕਾਲੀ ਅੱਗੇ ਟੋਏ ਨੇ, ਜੇ ਕਾਲ ਕਰੇਗਾ ਤੇ ਟੱਠੇ ਖੂਹ 'ਚ ਡਿੱਗੇਗਾ। ਤੇ ਔਰੰਗਜ਼ੇਬ ਤੂੰ ਬਹੁਤ ਕਾਲ ਕੀਤੀ, ਤੂੰ ਬਹੁਤ ਜਲਦੀ ਕੀਤੀ। ਤੂੰ ਚਾਹੁੰਦਾ ਸੀ ਮੈਂ ਘੇਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜ ਲਾਂਗਾ, 8 ਮਹੀਨੇ 'ਚ ਫੜ ਨਹੀਂ ਸਕਿਆ। ਤੂੰ ਸੋਚਿਆ ਸੀ ਕਿ ਕੱਢ ਕੇ ਬਾਹਰ ਸਭ ਕੁਝ ਲੁੱਟ ਲਾਂਗਾ, ਖੇਰੂ ਖੇਰੂ ਕਰ ਦਾਂਗਾ, ਬੋਟੀ ਬੋਟੀ ਕਰ ਦਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ। ਕਹਿੰਦੇ ਸਰਸਾ ਦਾ ਵਿਛੋੜਾ ਵੀ ਹੋ ਗਿਆ, ਚਮਕੌਰ ਵੀ ਪਹੁੰਚ ਗਏ ਗੁਰੂ ਗੋਬਿੰਦ ਸਿੰਘ, ਕਹਿੰਦੇ ਤੂੰ ਫੜ ਨਹੀਂ ਸਕਿਆ। ਫਿਰ ਤੈਨੂੰ ਲੱਗਿਆ ਸ਼ਾਹੀ ਫੌਜ, ਨਾਹਰ ਖਾਂ, ਸ਼ੇਰ ਮੁਹੰਮਦ ਖਾਂ, ਵਜ਼ੀਰ ਖਾਂ, ਦਿੱਲੀ ਦੀ ਸ਼ਾਹੀ ਫੌਜ, ਲਾਹੌਰ ਦੀ ਫੌਜ, 22 ਧਾਰ ਰਾਜੇ, ਇਹ ਸਾਰੀਆਂ ਫੌਜਾਂ ਦੇ ਨਾਲ, ਲੱਖਾਂ ਦੀ ਫੌਜਾਂ ਨਾਲ ਮੈਂ ਗੁਰੂ ਗੋਬਿੰਦ ਸਿੰਘ ਨੂੰ ਬਿਲਕੁਲ ਫੜ ਲਾਂਗਾ। ਕਹਿੰਦੇ ਗੁਰੂ ਗੋਬਿੰਦ ਸਿੰਘ ਫਿਰ ਵੀ ਨਹੀਂ ਫੜਿਆ ਗਿਆ। ਕਹਿੰਦੇ ਤੈਨੂੰ ਇਹ ਲੱਗਿਆ ਮੈਂ ਸੀਸ ਵੱਢ ਲਿਆ, ਵਜ਼ੀਰ ਖਾਂ ਨੇ ਤੈਨੂੰ ਚਿੱਠੀ ਲਿਖੀ, ਪਰ ਉਹ ਗੁਰੂ ਗੋਬਿੰਦ ਸਿੰਘ ਨੂੰ ਕੌਣ ਵੱਢ ਸਕਦਾ। ਕਹਿੰਦੇ ਤੂੰ ਤਾਂ ਨਹੀਂ ਫੜਿਆ। ਕਹਿੰਦੇ ਮੈਂ ਗਨੀ ਖਾਂ ਤੇ ਨਬੀ ਖਾਂ ਤੋਂ ਉੱਚ ਦਾ ਪੀਰ ਬਣ ਕੇ ਨਿਕਲ ਗਿਆ। ਔਰੰਗਜ਼ੇਬ ਤਾਂ ਵੀ ਤੂੰ ਜੰਗ ਹਾਰ ਗਿਆ। ਜੰਗ ਕੱਲੀ ਸ਼ਸਤਰਾਂ ਨਾਲ ਨਹੀਂ ਲੜੀ ਜਾਂਦੀ, ਜੰਗ ਕੱਲੀ ਕਾਲੀ ਵਿੱਚ ਨਹੀਂ ਲੜੀ ਜਾਂਦੀ। ਤੂੰ ਫਰਦੌਸ ਦੀ ਗੱਲ ਨਹੀਂ ਮੰਨੀ। ਪੁੱਛ ਲਈ ਆਪਣੇ ਦਰਬਾਰ ਦੇ ਵਿੱਚ, ਜੇ ਕੋਈ ਸਿਆਣਾ ਕਵੀ ਬੈਠਾ ਜਿਹਨੇ ਫਰਦੌਸ ਪੜ੍ਹਿਆ, ਹੋ ਸਕਦਾ ਤੂੰ ਪੜ੍ਹਿਆ ਹੋਏ। ਫਰਦੌਸ ਇਹ ਕਹਿੰਦਾ ਸੀ, ਗੁਰੂ ਸਾਹਿਬ ਕਿੰਨਾ ਪੜ੍ਹੇ ਹੋਏ ਸੀ, ਕਿੰਨਾ ਪੜ੍ਹੇ ਹੋਏ ਸੀ ਗੁਰੂ ਸਾਹਿਬ। ਕਮਾਲ ਹੋ ਗਈ, ਅੰਤ ਹੋ ਗਈ ਇਹਨਾਂ ਲਿਖਤਾਂ ਦੀ ਕਿ ਗੁਰੂ ਸਾਹਿਬ ਨੇ ਫਰਦੌਸ ਪੜ੍ਹਿਆ, ਗੁਰੂ ਸਾਹਿਬ ਨੇ ਸ਼ੇਖ ਸਾਦੀ ਪੜ੍ਹਿਆ, ਇੰਨਾ ਪੜ੍ਹਿਆ ਤੇ ਸਾਰਿਆਂ ਦੀ ਉਹਨਾਂ ਨੂੰ ਸਮਰੀ ਪਤਾ ਹੈ, ਨਿਚੋੜ ਪਤਾ ਉਹਨਾਂ ਦੀਆਂ ਲਿਖਤਾਂ ਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕੱਲੀ ਜੰਗ ਸ਼ਸਤਰ ਨਾਲ ਨਹੀਂ ਲੜੀ ਜਾਂਦੀ। ਆ ਵੇਖ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਕਲਮ ਦੀ ਜੰਗ ਲੜ ਰਿਹਾ। ਆ ਪਹਿਲਾਂ ਫਤਹਿਨਾਮਾ ਲਿਖਿਆ ਤੇ ਤੂੰ ਜਵਾਬ ਦਿੱਤਾ, ਹੁਣ ਤੇਰੇ ਜਵਾਬ 'ਚ ਜ਼ਫਰਨਾਮਾ ਹੈ। ਤੇ ਜੇ ਹੁਣ ਤੂੰ ਖੜਾ ਹੋ ਕੇ ਦਿਖਾ ਦੀ ਔਰੰਗਜ਼ੇਬ, ਫਿਰ ਗੁਰੂ ਗੋਬਿੰਦ ਸਿੰਘ ਨਹੀਂ। ਇਹ ਜ਼ਿਕਰ ਹੈ ਜ਼ਫਰਨਾਮੇ ਦੇ 109ਵੇਂ ਸ਼ੇਰ ਤੇ। ਤੈਨੂੰ ਅੱਜ ਵੀ ਕਹਿੰਦੇ ਆ, ਗੁਰੂ ਗੋਬਿੰਦ ਸਿੰਘ ਕਹਿੰਦੇ ਅੱਜ ਵੀ ਆ ਜਾ ਦੀਨਾ ਕਾਂਗੜ ਦੀ ਧਰਤੀ ਤੇ ਮਿਲ ਲੈ, ਤੇ ਨਹੀਂ ਤੇ ਫਿਰ ਯਾਦ ਰੱਖੀ ਹੁਣ ਤੂੰ ਉੱਠ ਨਹੀਂ ਸਕੇਗਾ। ਔਰੰਗਜ਼ੇਬ ਸਿਰਫ 30 ਦਿਨ ਜਿਉਂਦਾ ਰਿਹਾ, 30 ਦਿਨ। ਜਿਸ ਵੇਲੇ 15 ਦਿਨ ਬਹੁਤ ਬਿਮਾਰ ਹੋ ਗਿਆ, ਉਹਨੇ ਕਿਹਾ ਸਾਰੇ ਰਸਤੇ ਖੋਲ ਦੋ, ਕਿਸੇ ਤਰ੍ਹਾਂ ਰਾਤੋਂ ਰਾਤ ਭੇਜੋ ਚਿੱਠੀ ਕਿ ਗੁਰੂ ਗੋਬਿੰਦ ਸਿੰਘ ਮੈਨੂੰ ਇੱਕ ਵਾਰੀ ਇੱਥੇ ਆ ਕੇ ਮਿਲੇ। ਉਹਨੇ ਮਾਫੀ ਮੰਗੀ, ਉਹ ਚਿੱਠੀ ਲਿਖੀ ਉਹਨੇ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਆ ਕੇ ਮੈਨੂੰ ਮਿਲੋ, ਮੈਂ ਬੇਨਤੀ ਕਰਦਾ, ਮੈਂ ਮਾਫੀ ਮੰਗਦਾ। ਗੁਰੂ ਗੋਬਿੰਦ ਸਿੰਘ ਉਹ ਚਿੱਠੀ ਲੈ ਕੇ ਤੁਰੇ ਨੇ। ਉਹਨੇ ਇਹ ਵੀ ਕਹਿਤਾ ਕਿ ਔਰੰਗਾਬਾਦ ਤੱਕ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਇਹਦਾ ਮਤਲਬ ਕਿ ਸ਼ਾਹੀ ਫੌਜਾਂ ਉਸ ਵੇਲੇ ਲੱਭ ਰਹੀਆਂ ਸੀ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜਦ ਆਗਰੇ ਪਹੁੰਚੇ ਨੇ, ਉਸ ਵੇਲੇ ਦੂਸਰੀ ਚਿੱਠੀ ਮਿਲਦੀ ਹੈ ਕਿ ਔਰੰਗਜ਼ੇਬ ਸੁਆਹ ਹੋ ਗਿਆ, ਮਰ ਗਿਆ, ਜਿਉਂਦਾ ਨਹੀਂ ਰਹਿ ਸਕਦਾ ਸੀ। ਗੁਰੂ ਸਾਹਿਬ ਦੀ ਸ਼ਸਤਰ ਨੇ ਨਹੀਂ ਮਾਰਿਆ, ਗੁਰੂ ਸਾਹਿਬ ਦੀ ਕਲਮ ਨੇ ਮਾਰਿਆ। ਅੱਜ ਲੜਾਈ ਸ਼ਸਤਰ ਦੀ ਨਹੀਂ ਹੈ ਸਿੱਖੋ। We have to make think tank। ਅੱਜ ਸਾਡੀ ਸੋਚ, ਅੱਜ ਸਾਡੀ ਅਕੈਡਮਿਕਸ ਕਿੱਥੇ? ਅੱਜ ਸਾਨੂੰ ਸੋਚਣਾ ਚਾਹੀਦਾ ਅੱਜ ਅਸੀਂ ਕਿੱਥੇ ਖੜ ਗਏ ਹਾਂ। ਕਿੰਨਾ ਕੁ ਸਾਨੂੰ ਪੜ੍ਹਨਾ ਚਾਹੀਦਾ, ਕਿੰਨਾ ਗੁੜਨਾ ਚਾਹੀਦਾ, ਕਿੰਨਾ ਸੋਚਣਾ ਚਾਹੀਦਾ। ਦਿਨ ਰਾਤੀ ਸਾਨੂੰ ਕਿੰਨੀ ਕੁ ਤਿਆਰੀ ਕਰਨੀ ਚਾਹੀਦੀ ਕਿ ਇੱਕ ਸਿੱਖ ਨੂੰ। ਤੇ ਆਓ ਜੀ ਹੁਣ ਵਜ਼ੀਰ ਖਾਂ ਦੀ ਕਚਹਿਰੀ ਵੇਖੀਏ। 7 ਤੇ 9 ਸਾਲ ਦੇ ਕਿੰਨੇ ਪੜ੍ਹੇ ਤੇ ਗੁੜੇ ਕਚਹਿਰੀ 11 ਪੋਹ ਹੈ। ਠੰਡੇ ਬੁਰਜ ਵਿੱਚ ਰੱਖਿਆ ਗਿਆ। 14 ਬੁਰਜ ਉਸ ਇਤਿਹਾਸ ਦੇ ਵਿੱਚ ਇਹ ਗਵਾਹੀ ਭਰਦੇ ਹੈ ਕਿ ਉਸ ਸ਼ਹਿਰ ਦੇ ਵਿੱਚ 14 ਬੁਰਜ ਸਨ ਤੇ ਨਦੀ ਖਹਿ ਕੇ ਲੰਘਦੀ ਸੀ। ਬੜੀ ਭਾਰੀ ਵੱਡੀ ਨਦੀ ਸੀ, ਉਹਨੂੰ ਹੰਸਾਲੀ ਕਹਿੰਦੇ ਸੀ। ਇਹਦਾ ਮਤਲਬ ਉੱਥੇ ਹੰਸ ਦੀ ਭੀੜ ਲੱਗਦੀ ਸੀ, ਪੰਛੀਆਂ ਦੇ ਭਾਵ ਪ੍ਰਵਾਸੀ ਪੰਛੀ ਉੱਥੇ ਆਉਂਦੇ ਸੀ। ਇਹਦਾ ਮਤਲਬ ਉਸ ਜਿੱਥੇ ਅੱਜ ਫਤਿਹਗੜ੍ਹ ਸਾਹਿਬ ਹੈ
ਤੇ ਉਹਨਾਂ ਸਾਰਿਆਂ ਬੁਰਜਾਂ ਵਿੱਚੋਂ ਸਭ ਤੋਂ ਉੱਚਾ ਬੁਰਜ ਠੰਡਾ ਬੁਰਜ ਸੀ, ਜਿਹੜਾ ਭਰ ਗਰਮੀਆਂ ਜੇਠ ਹਾੜ ਦੇ ਵਿੱਚ ਜਿੱਥੇ ਸ਼ਾਹੀ ਲੋਕ ਬੈਠਦੇ ਸੀ ਤੇ ਗਰਮੀ ਤੋਂ ਬਚਦੇ ਸੀ। ਉਸ ਠੰਡੇ ਬੁਰਜ ਦੇ ਵਿੱਚ ਅੱਜ ਤੋਂ 316 ਸਾਲ ਪਹਿਲਾਂ ਦੇਖ ਲਓ, ਅੱਜ ਤੇ ਗਲੋਬਲ ਵਾਰਮਿੰਗ ਹੋ ਗਈ ਹੈ, ਕਿੰਨੀ ਕੁ ਠੰਡ ਹੋਏਗੀ। ਉੱਥੇ ਸਾਹਿਬਜ਼ਾਦਿਆਂ ਨੂੰ ਬਿਨਾਂ ਤਲਾਈ, ਬਿਨਾਂ ਰਜਾਈ, ਬਿਨਾਂ ਲੀੜੇ, ਬਿਨਾਂ ਕੱਪੜੇ ਤੇ ਬਿਨਾਂ ਥੱਲੇ ਵਿਛਾਉਣ ਤੋਂ, ਬਿਨਾਂ ਪਰਦਿਆਂ ਤੋਂ ਉੱਥੇ ਬਿਲਕੁਲ ਬਿਠਾ ਦਿੱਤਾ ਗਿਆ। ਤੇ ਪਹਿਲੇ ਦਿਨ ਅੱਜ ਜਦ ਕਚਹਿਰੀ ਲੱਗੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਜੀ ਨੇ ਕਿਹਾ ਸੀ, ਪੁੱਤਰੋ ਤੁਹਾਡੀਆਂ ਰਗਾਂ ਦੇ ਵਿੱਚ ਗੁਰੂ ਅਰਜੁਨ ਸਾਹਿਬ ਦਾ ਲਹੂ ਹੈ। ਉਹਨੇ ਇਹ ਵੀ ਕਹਿਤਾ ਸੀ ਕਿ ਗੁਰੂ ਅਰਜੁਨ ਸਾਹਿਬ ਜੀ ਨੂੰ ਸਾਈ ਮੀਆਂ ਮੀਰ ਕਹਿੰਦਾ ਇੱਟ ਨਾਲ ਇੱਟ ਖੜਕਾ ਦਈਏ। ਗੁਰੂ ਅਰਜੁਨ ਸਾਹਿਬ ਕਹਿੰਦੇ ਨਹੀਂ, ਜਿਸ ਵੇਲੇ ਅਸੀਂ ਤੱਤੀ ਤਵੀ ਤੇ ਬੈਠਾਂਗੇ, ਰਹਿੰਦੀ ਧਰਤੀ ਤੱਕ ਸਿੱਖਾਂ ਦਾ ਲਹੂ ਜ਼ੁਲਮ ਨੂੰ ਦੇਖ ਕੇ ਤਾਈਓ ਬਾਲਾ ਮਾਰੇਗਾ ਜਦ ਅਸੀਂ ਆਪਣੇ ਪਿੰਡੇ ਤੇ ਗਰਮ ਰੇਤਾ ਪਵਾਵਾਂਗੇ। ਇਹ ਤਾਂ ਹੈ ਕਿ ਅੱਜ ਸਾਨੂੰ, ਕਿਉਂਕਿ ਇਹ ਜ਼ਰੂਰੀ ਹੈ। ਪਰ ਯਾਦ ਰੱਖੀ जहांगीर, याद रखी शहनशाह, याद रखी औरंगजेब, मेरी सदा को दबाना तो मुमकिन है, पर बदलते वक्त की रफ्तार को कौन रोकेगा। कहते अज ते बड़े आहू लाले तू बड़ा कुछ कर लिया, पर कहते याद रखी अज तो बाद एक नहीं, गुरु हरगोबिंद की तलवार जिहड़ी मीरी ते पीरी दो ने, उन्होंने किवें रोक पाएगा तू। जहांगीर नूं इह दिता, बाबे ते बाबर के। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਕਚਹਿਰੀ ਸਜੀ। ਮਾਤਾ ਨੇ ਕਿਹਾ ਸਿਰ ਨਹੀਂ ਝੁਕਾਣਾ, ਤਿੱਲੇਦਾਰ ਜੁੱਤੀ ਦਾ ਤਲਾ ਦਿਖਾਣਾ ਤੇ ਸਲਾਮ ਨਹੀਂ ਕਰਨਾ, ਗੱਜ ਕੇ ਫਤਿਹ ਬੁਲਾਣੀ ਹੈ। ਤੇ ਸਾਹਿਬਜ਼ਾਦਿਆਂ ਨੇ ਜਦ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਵੱਡੇ ਉੱਥੇ ਖੜੇ ਸੀ ਮੁੱਲੇ ਮਰਦ ਮੁਸਾਣੇ, ਚੰਦੂ ਵਰਗੇ, ਉਹਨਾਂ ਨੇ ਦੰਦਾਂ 'ਚ ਉਂਗਲਾਂ ਦਿੱਤੀਆਂ। ਇਹ ਕੀ ਹੋਇਆ? ਇਹ ਕੱਲ ਦੇ ਜੰਮੇ ਨਿਆਣੇ ਇਹ ਵਜ਼ੀਰ ਖਾਨ ਦੀ ਕਚਹਿਰੀ ਨੂੰ ਆਨੰਦਪੁਰ ਸਾਹਿਬ ਦਾ ਦਰਬਾਰ ਬਣਾਤਾ। ਉਹ ਬੱਚਿਓ, ਇਹ ਵਜ਼ੀਰ ਖਾਨ ਦੀ ਕਚਹਿਰੀ ਹੈ, ਤੁਹਾਡੇ ਪਿਤਾ ਦਾ ਆਨੰਦਪੁਰ ਸਾਹਿਬ ਨਹੀਂ ਹੈ। ਇੱਥੇ ਝੁੱਕ ਕੇ ਸਲਾਮ ਕਰੋ। ਤੇ ਪੁੱਤਰਾਂ ਨੇ ਕੀ ਕਿਹਾ ਸੀ? ਕਿਉਂਕਿ ਮਾਤਾ ਨੇ ਝੋਲੀ 'ਚ ਬਿਠਾ ਕੇ ਇਹੀ ਲੋਰੀ ਦੇਣੀਆਂ ਨੇ, ਜਿਹੜੀ ਲੋਰੀ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਮਾਤ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤੀ ਸੀ। ਉਹੀ ਲੋਰੀ ਅੱਜ ਮਾਤ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਦੇ ਰਹੀ ਹੈ। ਕਿਹੜੀ? ਪੁੱਤਾਂ ਮਾਤਾ ਕੀ ਆਸੀਸ। ਆ ਦੇ ਰਹੀ ਹੈ ਲੋਰੀਆਂ। ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਉੱਥੇ ਸਾਰੀ ਕਿਰਪਾ ਕੀਤੀ। ਸਤਿਗੁਰ ਤੁਮਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਢਾਕੀ, ਭੋਜਨ ਕੀਰਤਨ ਨੀਤ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦ ਹੈ ਚਾਤਰਕ ਮੋਲਾ। ਮੈਂ ਵਿੱਚੋਂ ਸ਼ਬਦ ਲਿਆ। ਇਹ ਵੀ ਲੋਰੀਆਂ ਦਿੱਤੀਆਂ ਮਾਤ ਗੁਜਰੀ ਨੇ ਕਿ ਪੁੱਤਰੋ ਮੇਰੀ ਅਸੀਸ ਹੈ, ਸਿਰ ਨਹੀਂ ਝੁਕਾਉਣਾ, ਡੋਲਣਾ ਨਹੀਂ ਹੈ। ਅੱਜ ਦੇ ਦਿਨ ਹਰ ਤਰ੍ਹਾਂ ਦੇ ਲਾਲਚ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ। ਤੁਹਾਨੂੰ ਘਰ ਦੇਵਾਂਗੇ, ਮਹਿਲ ਦੇਵਾਂਗੇ, ਰਾਜ ਦੇਵਾਂਗੇ, ਨੌਕਰ ਚਾਕਰ ਦੇਵਾਂਗੇ, ਖੂਬਸੂਰਤ ਹੂਰਾਂ ਨਾਲ ਤੁਹਾਡੇ ਵਿਆਹ ਨਿਕਾਹ ਕਰਾਵਾਂਗੇ, ਤੁਹਾਨੂੰ ਹਰ ਤਰ੍ਹਾਂ ਦਾ ਸੁੱਖ ਦੇਵਾਂਗੇ, ਸਭ ਕੁਝ ਦੇ ਦਾਂਗੇ, ਤੁਸੀਂ ਇਸਲਾਮ ਕਬੂਲ ਕਰ ਲਓ। ਤੇ ਸਾਹਿਬਜ਼ਾਦਿਆਂ ਦਾ ਉੱਤਰ ਪਤਾ ਕੀ ਸੀ? ਬਾਬਾ ਜੋਰਾਵਰ ਸਿੰਘ ਨੇ ਇੱਕੋ ਗੱਲ ਬੋਲੀ। ਕੱਲਾ ਵਜ਼ੀਰ ਖਾਨ ਦੀ ਕਚਹਿਰੀ 'ਚ ਸਨਾਟਾ ਨਹੀਂ ਛਾ ਗਿਆ, ਇਉਂ ਲੱਗਿਆ ਜਿਵੇਂ ਸਮਾਂ ਵੀ ਰੁਕ ਗਿਆ। ਜਦ ਵਜ਼ੀਰ ਖਾਨ ਨੇ ਕਿਹਾ ਨਾ, ਦੀਨ ਕਬੂਲ ਲੋ, ਸਭ ਕੁਝ ਮਿਲੇਗਾ, ਤੁਹਾਡੇ ਪੈਰਾਂ ਤੇ ਹੋਏਗਾ, ਤੁਹਾਨੂੰ ਰਾਜ, ਤੁਹਾਨੂੰ ਖੁਸ਼ੀਆਂ, ਸ਼ੋਭਾ, ਤੁਹਾਨੂੰ ਪਦਵੀਆਂ, ਘੋੜੇ ਹਾਥੀ, ਤੁਹਾਡੀ ਤੂਤੀ ਬੋਲੇਗੀ। ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ, ਜੇ ਈਨ ਕਬੂਲ ਲਈਏ, ਜੇ ਇਸਲਾਮ ਕਬੂਲ ਕਰ ਲਈਏ, ਮੁਸਲਮਾਨ ਬਣ ਜਾਈਏ, ਕੀ ਫਿਰ ਮੌਤ ਨਹੀਂ ਆਏਗੀ? ਸਨਾਟਾ ਛਾ ਗਿਆ ਸੀ ਉਸ ਵੇਲੇ ਕਿ ਇੱਕ ਐਸੀ ਗੱਲ ਕੀਤੀ ਹੈ, ਜੇ ਮੁਸਲਮਾਨ ਬਣ ਗਏ, ਜੇ ਕਬੂਲ ਕਰ ਲਿਆ, ਤੇ ਫਿਰ ਮਰਾਂਗੇ ਨਹੀਂ ਕਦੀ। ਵਜ਼ੀਰ ਖਾਨ 60-70 ਸਾਲ ਬੇਗੈਰਤ ਦੀ ਜੀਵਨ ਜ਼ਿੰਦਗੀ ਜੀਵ ਕੇ ਅੰਨ ਖਾ ਕੇ ਮਰਨਾ ਪਾਪ ਹੈ, ਪਰ 7 ਤੇ 9 ਸਾਲ ਦੀ ਉਮਰ 'ਚ ਅਣਖ ਨਾਲ ਮਰਨਾ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਹੋਂ ਸਭਨਾ ਕੀ ਰੇਣੁਕਾ ਤੋ। ਇਸ ਕਰਕੇ ਕਬੀਰ ਸਾਹਿਬ ਨੇ ਬਾਣੀ 'ਚ ਕਿਹਾ, ਐਸੇ ਮਰਨੇ ਨੂੰ ਰੱਬ ਵੀ ਤਤਕਾਰਦਾ ਨਹੀਂ ਹੈ। मोहे मरने का जपो जी, मोहे मरने का
ਇਹ ਸਾਹਿਬਜ਼ਾਦਿਆਂ ਨੂੰ ਲੋਰੀਆਂ ਦਿੱਤੀਆਂ ਮਾਤਾ ਜੀ ਨੇ। ਮਰੂ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾਂ ਹਮਾਰਾ ਪਾਰ। ਤੇ ਪਰਾਂ ਕੀਤਾ ਔਰੰਗਜ਼ੇਬ ਨੂੰ। ਉਹਨੂੰ ਤੇ ਬੰਦਗੀ ਕਰਨ ਵਾਲਿਆਂ ਨੇ ਉਹਦੇ ਮੁਰਦੇ ਸਰੀਰ ਨੂੰ ਵੀ ਦਫਨ ਨਹੀਂ ਹੋਣ ਦਿੱਤਾ ਆਪਣੇ ਲਾਗੇ। ਕਹਿੰਦੇ ਕੁਫਰ ਹੈ, ਲੈ ਜਾਓ ਇਹਨੂੰ ਬਾਹਰ। ਤੇ ਜਿਹੜਾ ਬੰਦਗੀ ਕਰਨ ਵਾਲਾ ਹੈ, ਤੇ ਫਿਰ हिंद में एक ही तीर्थ है यात्रा के लिए, कटाए बाप ने बच्चे जहाँ खुदा के लिए। ਤੇ ਅੱਜ ਵੀ ਉੱਥੇ ਦੀ ਧੂੜ ਲਾਉਂਦੇ ਹੋ। ਅੱਜ ਵੀ ਉਹਨਾਂ ਕੰਨਾਂ ਨੂੰ ਵੇਖ ਕੇ ਮਨ ਅੰਦਰੋਂ ਸੱਚੀ ਮੁੱਚੀ ਭਰ ਆਂਦਾ। ਵਾਹ ਬਾਬਿਓ, ਤੁਸੀਂ ਨਿਭਾ ਗਏ, ਤੁਹਾਡੀ ਨਿਭ ਗਈ। ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੈ ਰਾਖਿਓ ਚੀਤ। ਤੇ ਸਭ ਕੁਝ ਤੁਹਾਡੇ ਉੱਤੇ ਕੁਰਬਾਨ। ਕੈਸਾ ਭਾਣਾ ਤੁਸੀਂ ਮੰਨਿਆ। ਕਹਿੰਦੇ ਆਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਕ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਕਹਿੰਦੇ ਇਹ ਹੈ ਹੁਕਮ ਰਜ਼ਾ, ਕਿਉਂਕਿ ਕੀਤਾ ਕਰਨਾ ਸਰਬ ਰਜ਼ਾਈ। ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਛੂ ਨਾ ਹੋਵੈ, ਜਿਉ ਹਰ ਭਾਵੈ ਤਿਵੇਂ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀ ਕਿਛ ਕਰ ਹਮ ਸਾਕੈ। ਜਿਉ ਭਾਵੈ ਤਿਵੇਂ ਬਖਸ਼, ਸਾਨੂੰ ਰੱਖ ਲੋ ਸੱਚੇ ਪਾਤਸ਼ਾਹ। ਤੇ ਸਾਹਿਬਜ਼ਾਦਿਆਂ ਦੀ ਰੱਖੀ ਗਈ ਪਹਿਚ, ਹਰ ਤਰ੍ਹਾਂ ਦੇ ਲਾਲਚ। ਤੇ ਕੱਲ ਅੱਜ ਰਾਤ ਸੱਚੀ ਮੁੱਚੀ ਮਾਤ ਗੁਜਰੀ ਨੇ ਆਪਣੀ ਗੋਦ ਵਿੱਚ ਬਿਠਾਇਆ, ਸਾਰੀ ਰਾਤ ਗਲਵਕੜੀ ਲਾ ਕੇ ਦੋਨੋਂ ਸਾਹਿਬਜ਼ਾਦਿਆਂ ਦੇ ਮੂੰਹ ਢੱਕ ਕੇ ਰੱਖੇ। ਕਿਉਂਕਿ ਜੇ ਮੂੰਹ ਨੂੰ ਢੱਕ ਲਿਆ ਜਾਏ ਤੇ ਠੰਡ ਘੱਟ ਲੱਗਦੀ ਹੈ। ਸਾਰੀ ਰਾਤ ਮਾਤ ਗੁਜਰੀ ਆਪ ਭੁੰਜੇ ਬੈਠੀ ਰਹੀ, ਪਰ ਸਾਹਿਬਜ਼ਾਦਿਆਂ ਨੂੰ ਦੋਹਾਂ ਨੂੰ ਗੋਦੀ 'ਚ ਬਿਠਾ ਕੇ ਰੱਖਿਆ। ਧੰਨ ਹੈ ਮਾਤ ਗੁਜਰੀ। ਸੱਚੀ ਮੁੱਚੀ ਮਾਂ ਗੁਜਰੀ ਦਾ ਅੱਜ ਰਾਤ ਅਸੀਂ ਦੇਣਾ ਨਹੀਂ ਦੇ ਸਕਦੇ। ਅੱਜ ਰਾਤ, ਕੱਲ ਰਾਤ ਮਾਤ ਗੁਜਰੀ ਨੇ ਕਿਵੇਂ ਬੱਚਿਆਂ ਨੂੰ ਤਿਆਰ ਕੀਤਾ। ਅੱਜ ਦਾਦੀਆਂ ਦਾ ਕਲਚਰ ਖਤਮ ਹੋ ਗਿਆ ਸਿੱਖੀ 'ਚ। ਜੇ ਹੋਏ ਤੇ ਬੜੀ ਖੁਸ਼ੀਆਂ ਵਰਤਣ ਘਰਾਂ ਵਿੱਚ। ਜੇ ਦਾਦੀ ਮਾਂ ਪੁੱਤਰਾਂ ਨੂੰ, ਧੀਆਂ ਨੂੰ ਕੰਗਾ ਫੇਰ ਕੇ ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ ਆਖੇ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ, ਤੇ ਅੱਜ ਵੀ ਤੁਹਾਡੇ ਪੁੱਤਰਾਂ ਨੂੰ, ਧੀਆਂ ਨੂੰ ਰਾਜ ਮਿਲੇਗਾ। ਅਣਖ ਅੰਦਰੋਂ ਜਾਗੇਗੀ। ਅਸੀਂ, ਸਾਡੇ ਛੋਟੇ ਛੋਟੇ ਬੱਚੇ ਡੋਲ ਜਾਂਦੇ ਨੇ, ਡਰ ਜਾਂਦੇ ਨੇ। ਜੇ ਸਾਹਿਬਜ਼ਾਦਿਆਂ ਦਾ ਇਤਿਹਾਸ, ਇਸ ਤੋਂ ਵੱਡਾ ਕਿਹੜਾ ਦੁੱਖ ਹੋ ਸਕਦਾ ਹੈ? ਇਸ ਤੋਂ ਵੱਡੀ ਆਪਦਾ ਕਿਹੜੀ ਆ ਸਕਦੀ ਹੈ? ਇਸ ਤੋਂ ਵੱਡਾ ਕਿਹੜਾ ਕਹਿਰ ਟੁੱਟ ਸਕਦਾ ਹੈ ਜਿਹੜਾ ਕਹਿਰ ਸਾਹਿਬਜ਼ਾਦਿਆਂ ਦੇ ਉੱਤੇ ਟੁੱਟਿਆ? ਇਸ ਤੋਂ ਵੱਡਾ ਤੇ ਕੁਛ ਨਹੀਂ ਹੋ ਸਕਦਾ ਨਾ। इसी करके बाणी पढ़ते हैं, अब हम चली ठाकुर पैहार। जपो जी, अब हम चली, जब हम शरण प्रभु की आई, राख प्रभु पावे लोकन की चतुराई उपमा, ते बेसंतर जार वजीर खां। जो मर्जी कर लै तू, जिन्हें मर्जी लालच दे दे, ये नहीं डोल सकता। अज डोल गए हाँ असी। गुरु के सिखो, एक निशान थले आ जाइए। इन्हां दिनां दे विच धड़ियां नूं छड्ड दईए, ਇੱਕ ਹੋ ਜਾਈਏ। ਗੁਰੂ ਗੋਬਿੰਦ ਸਿੰਘ ਦੀ ਕਲਾ ਇੱਕ ਵਿੱਚ ਹੀ ਵਰਤਦੀ ਹੈ, ਇੱਕ ਤੋਂ ਵੱਧ ਨਹੀਂ ਵਰਤਦੀ। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਹੈ ਤੇ ਇੱਕ ਹੈ। ਤੂੰ ਸਾਹਿਬ, ਤੂੰ ਸਾਹਿਬ ਹੈ, ਤੂੰ ਅਬ ਚਲ ਤੂੰ ਹੀ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀ, ਤਾਂ ਹਮ ਕੈਸੀ ਤਾਤੀ। ਇੱਕ ਹੈ एक तू ही, एक है तू राया, तो कृपा ते सुख पाया। एक हो के सुख है। ते उथे सफर गनी खां ते नबी खां उच्च दे पीर बना के आलमगीर तक छड़ के आए। ते कहंदे सतगुर जी असी जाइए। महाराज कहंदे गनी खां नबी खां बैठो। कहंदे बह गए जी। सतगुर जी की हुक्म है? कहंदे तुसी मेरे पुत्र हो। सतगुर जी इन्नी वड्डी गल, अपना पुत्र बनाया? कहंदे हाँ। कहंदे सतगुर जी कुर्बान जाइए, ऐसी लाल तुद बिन कौन करे। ये बचन कदम कदम ते चेते आउंदे। गरीब निवाज गुसैया मेरा मत है। तुसी किन्नी क बख्शिशां कीतियां। जिस नीच को कोई ना जाने, नाम जपत ओ चौकुंठ माने। जाके निकट ना आवे कोई, सगल सृष्ट उआह कै चरण मल धोई। जो प्राणी काहू ना आवत काम, संत प्रसाद ताको जपिया नाओ। अज उन्हां दा नाम नहीं चेते कर रहे असी। ये गुरु किरपा नहीं कीती उन्हां ते।
ਅੱਜ ਉਹਨਾਂ ਨੂੰ ਚੇਤੇ ਨਹੀਂ ਕਰ ਰਹੇ। ਮਹਾਰਾਜ ਕਹਿੰਦੇ ਇਉਂ ਨਹੀਂ ਜਾਣਾ, ਕਾਗਜ਼ ਲਿਆਓ, ਕਲਮ ਲਿਆਓ, ਸ਼ਾਹੀ ਲਿਆਓ। ਕਹਿੰਦੇ ਕਿਉਂ? ਕਹਿੰਦੇ ਅੱਜ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਿੰਦੀ ਪੁੱਤਰ ਵੀ ਨੇ ਤੇ ਨਾਦੀ ਪੁੱਤਰ ਵੀ ਨੇ, ਅੱਜ ਮੈਂ ਤੁਹਾਨੂੰ ਲੀਕ ਪੁੱਤਰ ਬਣਾ ਕੇ ਜਾ ਰਿਹਾ, ਮੈਂ ਲਿਖ ਕੇ ਦੇਵਾਂਗਾ। ਤੇ ਅੱਜ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਹੁਕਮਨਾਮੇ ਸਾਡੇ ਕੋਲ ਮੌਜੂਦ ਨੇ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਅਕਾਲ ਜੀ ਸਹਾਏ, ਇਹ ਬਚਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ। ਇਹ ਜੋ ਗਨੀ ਖਾਨ ਨਬੀ ਖਾਂ ਹੈਨ, ਇਹ ਮੇਰੇ ਫਰਜ਼ੰਦ ਸੇ ਵੈਦ ਹੈਨ। ਇਹ ਮੇਰੇ ਫਰਜ਼ੰਦ, ਫਰਜ਼ੰਦ ਦਾ ਮਤਲਬ ਮੇਰੇ ਪੁੱਤਰ ਨੇ, ਬਿਲਕੁਲ ਮੇਰੇ ਪੁੱਤਰ ਨੇ। ਇਹ ਜੋ ਹੈਨ ਸੋ ਮੇਰੇ ਹੈਨ, ਲਿਖਿਆ जो इनकी रजू में राजी रहेगा सो मेरी रजू में राजी रहेगा। इन पर मेरी पूरी खुशी है, ये मेरे हैं, ये मेरे हैं। सतगुरु जी ने लिख के दिता ते सारे रस्ते चुमदे आंदे, पढ़दे आंदे, हंझू वगदे आंदे दोआं दे कि सतगुरु ने इन्ना तरस कीता। एक रात सतगुरु जी नूं असीं घर रखिया ते असीं ये कहता, सतगुरु जी तुसीं महफूज हो गनी खां ते नबी खां दे घर। जे कोई इत्थे धाड़वी आएगा, जे मुगलों की फौज आएगी, पहला गनी खां नबी खां अपने घर की सरदल ते अपना सीस कटाएगा, तां गुरु गोबिंद सिंह तक कोई आ सकेगा। ते अज भी गनी खां ते नबी खां उन्हां दा थां गुरुद्वारा, अंदर गुरु का प्रकाश है ते बाहर गनी खां नबी खां दी कबर बनी है। वो अज भी गुरु गोबिंद सिंह साहब दे दरबार की पैरवी कर रहे हैं। जेड़ा भी कोई लंघेगा कहंदे साडे उत्तों हो के लंघेगा, असीं नहीं जाण दांगे। ये सिੱਖੀ है जी। ते घर पहुंचे, गनी खां दी वड्डे दी धी सी, ओहदा नां सी आबदार मोती। वैसे जिक्र किया है डॉक्टर भाई वीर सिंह दे भराता ने, सिर्फ आ गल करके मैं खिमा दा जाचक हो रहा। उन्हें पूछया 2 दिन अब्बू दी गोद विच खेली है ना, गुरु गोबिंद सिंह नूं अब्बू कहण लग गई सी। खेडी है, गुरु साहब ने खिडाया गोदी च, गुरु साहब नाल बड़ा प्रेम उन्हें कीता। जद पिता आए कहंदे अबू चाचू किथे ने? गुरु पिता किथे गए? गुरु साहब कहंदे वो तो चले गए। कुड़ी दिलगीर हो गई, रोन लग गई। चले गए, छड्ड आए हो, मैनू भी लै जांदे नाल। कहंदे नहीं देख धीए, गुरु पिता ने की दिता? कहंदे की? कहंदे सानू अपना पुत्र बनाया। कहंदे तुसी पुत्र ते मैं कौन हुई? कहंदे तू गुरु गोबिंद सिंह दी पोती होई। ते डॉक्टर बलबीर सिंह लिखदे, कहंदे रोंदी बच्ची कहंदे नचन लग गई, हसन लग गई, मैं पोती, मैं पोती, मैं आबदार मोती। अज सिख कौम च कोई आबदार मोती है, गनी खां दी धी है। ये इतिहास है साडा। गुरु ने सब नूं गलवकड़ी लाया ते असीं सब नूं पासे करी जाने। तू भी नहीं, तू भी नहीं, तू ना भाई। आ दिन ते गलवकड़ी लाउण वाले ने, भावें कोई पीर बुद्धू शाह है, सब कुछ वार के। गुरु साहब कहंदे की चाहिदा? केस च कंगा मारदे सी। कहंदे सतगुरु जी आ कंगा ते आड़े केस दे दो। गुरु गोबिंद सिंह साहब दे सारे इतिहास जिन्ना भी मैं पढ़िया, भावें महिमा प्रकाश गुरपलास पातशाही 10वीं, भावें इस तो इलावा परची पातशाही 10वीं दिया प्राचीन 100 साखियां ने, जिन्ना इतिहास गुरसुतन दी साखी है। सैनापत नूं पढ़ लो, प्राचीन पंथ प्रकाश, नवीन पंथ प्रकाश, महिमा प्रकाश, रतन सिंह भंगू, सारे इतिहास से सिर्फ दो बारी जिक्र आया सतगुरु जी का, जिथे सतगुरु जी ने अपने पूर्ण केस किसी नूं दर्शन कराए ने। एक भाई नंद लाल नूं ते दूसरा भाई पीर बुद्धू शाह नूं। सतगुरु जी दे पूर्ण केसां दे दर्शन पूरे इतिहास च सतगुरु जी सदा केस ढक के रखते सन। ते जिस दिन भाई नंद लाल ने जिक्र किया कि मैं अज गुरु साहब दे केस वेखे है, तो लिखदा दीन दुनिया दरक मंदे आफरी रुखसारे मां हर दो आलम कीमते यकतार मुए यार मां। गुरु गोबिंद सिंह जी तुहाडे केस, तुहाडे केसां दे विचों चेहरा चमकदा होया रुखसार, ते गुरु गोबिंद सिंह साहब दे सज्जे गाल दे उत्ते तिल। भाई नंद लाल लिखते हैं इन्ना खूबसूरत, कहंदे इस खूबसूरती नूं कोई बयान नहीं कर सकता। भाई नंद लाल दियां हज़ारां कलमां, हज़ारां कागज, हज़ारां मन शाही मुक जाएगी, खत्म है। कहंदे बस मैं तुहाडे एक केस दी तार नूं दीन ते दुनिया दी सारे धन, सारी दौलत वार के भी नहीं मैं बयान कर सकता।
दीनो दुनिया दरक मंदे आफरी रुखसारे मां। रुखसार का जिक्र किया। सतगुरु जी केस सुकाउंदे सी, हरे करते सी। सुकाउणा साडे सिख इतिहास दे विच नहीं है। जद भी केस धो के असी केस हरे करते हैं, सिख जगत दे विच कदी भी नहीं कहा गया केस सुकाउणे है। केस सुकाउणे उन्होंने कहा जाता है जिहड़ा सच्ची मुच्ची गुरु गोबिंद सिंह की सिक्खी तो आकी हो गया। केस हरे करने ही ये बचन ने। तो दूसरी बार पीर बुद्धू शाह ने सतगुरु जी को बुला लिया कंगा मारते हुए, आ जाओ। कहते केस दे दो। सतगुरु जी कहते तू तो सिक्खी मंग ली बुद्धू शाह, सब कुछ मंग लिया। तो वह लैके जद घर गया, नसीरा कहती दो वड्डे आ गए, छोटे किथे ने? चुप रहा पीर बुद्धू शाह जी, नहीं बोले। सारी रात कीरने पाए, किथे ने दो? वड्डिया ने कहा छोटे शहीद हो गए। सारी रात रोंदी रही। कहते की बाहर आयो? कहते नसीरा देखता सही लिया कियां? कहते की? कहते कंगा ते केस। कहते मैं की करांगा, करांगी इहदा? मेरे पुत्र किथे ने? उस रात नसीरा नूं गुरु गोबिंद सिंह साहब सुफने च आए ने। भाई वीर सिंह कलगीधर चमत्कार पढ़ो कदी। आ साखियां, ये साखियां लूह कंडे खड़ियां कर दियां ने अज, क्योंकि सतगुरु जी की बाणी का उपदेश पढ़ो भाई। सोंदे वाह वाह उचर हैं, उठते भी वाह करेन। पहला पैरा फुलड़ा फल भी पछा रात, जो जागन बाणी कहती है सुन सखीए मेरी नींद भली। क्यों? नींद च मैं साहिब नूं वेख्या, मैं खसम नूं वेख्या। जिस दिन गुरसिखां दे दर्शन, जिस दिन बाणी का ख्याल सारी रात रहे ना, अगला दिन सांभ लो। गुरु गोबिंद सिंह, भाई वीर सिंह लिखते नसीरा नूं गुरु गोबिंद सिंह साहब ते अपने पुत्र एक सज्जे ते एक खब्बे बैठा। महाराज कहते नसीरा रो नहीं, ये मेरे को महफूज ने। तू इन्ना ध्यान नहीं रख सकी जिन्ना मैं ध्यान रखांगा। ये इतिहास है साडा। और अज दी रात मात गुजरी नूं इतिहास नूं याद करके असी गुरु गुरु जपीए, संजीदा रहीए। बच्चे ने पुछया सी कि वाहिगुरू जी की फतेह की होंदा है। जिस वेले मुगलों के इतिहास से 1 मिनट सिर्फ लवांगा। मुगलों का इतिहास ये है कि जिस वेले जंग दे विच जाना हुंदा सी ते पान का बीड़ा चक्या जांदा सी दरबार विचों। असी कहंदे ना बीड़ा चकना, ये साडा लफ्ज़ नहीं है, ये उन्हां दा पान सुपारी खातियां मुख बीड़ियां लाइयां, ये उन्हां दा बचन है उन्हां लई। ते जद बीड़ा चकदा है ते बंदा जद जंग च जांदा है ना, वो मैं जित के आया, जित के आवांगा। मैं बीड़ा चकदा जां तां मैं मर जावांगा जां जित के आवांगा। गुरु गोबिंद सिंह साहब कहंदे नहीं, करके बाद कोई भी गुरु का सिख जंगे मैदान विच जाएगा, वो यही कहेगा मैं भी वाहिगुरू दा जी खालसा वाहिगुरू जी की फतेह भी वाहिगुरू जी दी है, मेरी कोई फतेह नहीं है। इत्थे समाप्ति है। कल नूं अगे इतिहास तुरेगा आप संगतां दे नाल, होर सफर अगे तोरांगे। बाण जावां बहुत बहुत देर तक 2-2 2.5 घंटे हो गए तुहानूं टिके होए नूं। एक एक दे चरनां च इस्तकबाल है, एक एक दे चरनां च नमन है। सतगुर जी भली करन, भुलां चुकां दी खिमा बख्शो जी। फतेह बुलाओ, आखो जी वाहिगुरू जी का खालसा वाहिगुरू जी की फतेह।